ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਪ ਸਿੰਘ ਸਿੱਧੂ ਹਫ਼ਤਾਵਾਰੀ ਪ੍ਰੋਗਰਾਮ ਬੋਲਡ ਵੌਇਸ ਦੇ ਨਾਲ ਸ਼ਾਮਲ ਹਾਂ। ਸਾਡੇ ਵੱਲੋਂ ਯਤਨ ਹੁੰਦੇ ਆ ਕਿ ਪੰਜਾਬ ਤੇ ਭਾਰਤ ਦੀਆਂ ਉਹ ਅਹਿਮ ਘਟਨਾਵਾਂ ਜਿਹੜੀਆਂ ਦਾ ਸਿੱਧਾ ਸੰਬੰਧ ਪੰਜਾਬ ਦੇ ਨਾਲ ਜਾਂ ਮਨੁੱਖਤਾ ਦੇ ਨਾਲ ਜੁੜਿਆ, ਉਹਦੇ ਤੇ ਵਿਚਾਰ ਚਰਚਾ ਕਰੀ ਜਾਵੇ। ਔਰ ਇਸ ਵਿਚਾਰ ਚਰਚਾ ਦੇ ਵਿੱਚ ਆਪਣੇ ਨਾਲ ਸ਼ਾਮਲ ਹੁੰਦੇ ਨੇ ਰਣਜੀਤ ਸਿੰਘ ਘੁੱਗੀਗਿੱਲ। ਅੱਜ ਵੀ ਸ਼ਾਮਲ ਨੇ, ਅੱਜ ਵੀ ਕੁਝ ਮੁੱਦੇ ਨੇ, ਕਿਉਂਕਿ ਮੁੱਦੇ ਵੀ ਸਾਹਮਣੇ ਨੇ ਤੇ ਮੁੱਦਿਆਂ ਦੇ ਉੱਤੇ ਨਜ਼ਰ ਰੱਖਣ ਵਾਲੇ ਲੋਕ ਵੀ ਸਾਹਮਣੇ। ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਜਿਹੜੀ ਮਰਜ਼ੀ ਕਮਿਊਨਿਟੀ ਨਾਲ ਜੁੜੇ ਹੋ, ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਇਸ ਕਰਕੇ ਕਰਦੇ ਹੋ ਕਿ ਅਸੀਂ ਤਵਾਜ਼ਨ ਕਾਇਮ ਰੱਖ ਕੇ ਗੱਲ ਕਰਦੇ ਹਾਂ ਜਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬੀਅਤ ਦੀ ਗੱਲ ਕਰਦੇ ਹਾਂ। ਸੋ ਰਣਜੀਤ ਸਿੰਘ ਘੁੱਗੀਗਿੱਲ ਹੋਰਾਂ ਦੇ ਨਾਲ ਅੱਜ ਦੇ ਇਹ ਸੈਗਮੈਂਟ 'ਚ ਆਪਾਂ ਸ਼ਾਮਲ। ਗਿੱਲ ਸਾਹਿਬ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਦੀ ਗੱਲ ਕਰ ਲਈਏ ਤਾਂ ਆਜ਼ਾਦੀ ਦਾ ਦਿਹਾੜਾ ਜਦੋਂ ਵੀ ਆਉਂਦਾ ਹੈ, ਉਦੋਂ ਸਰਕਾਰਾਂ ਕੁਛ ਨਾ ਕੁਛ ਐਸੇ ਕੈਦੀਆਂ ਨੂੰ ਰਿਹਾ ਕਰ ਦਿੰਦੀਆਂ ਜਿਨ੍ਹਾਂ ਦੇ ਉੱਤੇ ਦੋਸ਼ ਹੁੰਦੇ ਨੇ, ਸਜ਼ਾ ਉਹਨਾਂ ਨੇ ਪੂਰੀ ਕੀਤੀ ਹੁੰਦੀ ਹੈ ਜਾਂ ਉਹਨਾਂ ਦਾ ਕਿਰਦਾਰ ਚੰਗਾ ਹੁੰਦਾ ਹੈ। ਪਰ ਆ ਇੱਕ ਜਿਹੜਾ ਗੋਧਰਾ ਦੇ ਵਿੱਚੋਂ ਘਟਨਾਕ੍ਰਮ ਵਾਪਰਿਆ ਸੀ 2002 ਦੇ ਵਿੱਚ, ਬਿਲਕਿਸ ਬਾਨੋ ਦਾ ਰੇਪ ਕੇਸ, ਉਸ ਪਰਿਵਾਰ ਦੇ 14 ਵਿਅਕਤੀ ਮਾਰੇ ਗਏ, ਉਸ ਔਰਤ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ, ਲੰਮੀ ਲੜਾਈ ਲੜਨੀ ਪਈ। ਗੁਜਰਾਤ ਦੀਆਂ ਅਦਾਲਤਾਂ ਦੇ ਉੱਤੇ ਯਕੀਨ ਨਹੀਂ ਸੀ, ਕਿਉਂਕਿ ਉੱਥੇ ਜਿਹੜੀਆਂ ਦੂਸਰੀਆਂ ਫੋਰਸਿਸ ਸੀ ਜਾਂ ਉੱਥੋਂ ਦੀ ਜਿਹੜੀ ਸਰਕਾਰ ਸੀ ਉਹ ਦਬਾਅ ਪਾ ਰਹੀ ਸੀ, ਜਾਂਚ ਪ੍ਰਭਾਵਿਤ ਹੁੰਦੀ ਸੀ। ਬੰਬੇ ਦੇ ਵਿੱਚ ਜਾ ਕੇ ਉਹ ਕੇਸ ਲੜਿਆ ਗਿਆ, ਜਿੱਤ ਹਾਸਲ ਉਸ ਨੂੰ ਹੋਈ, ਪਰ ਉਮਰ ਕੈਦ ਕਹਿ ਕੇ ਉਹ ਵਿਅਕਤੀ ਹੈ ਜਿਹੜੇ ਹੁਣ ਚੰਗਾ ਕਿਰਦਾਰ, ਚੰਗੇ ਆਚਰਣ ਦਾ ਹਵਾਲਾ ਦੇ ਕੇ ਰਿਹਾ ਕਰ ਦਿੱਤੇ ਗਏ। ਕਿਵੇਂ ਦੇਖ ਰਹੇ ਹੋ ਇਸ ਘਟਨਾਕ੍ਰਮ ਨੂੰ? ਇਹਦੇ ਨਾਲ ਕਈ ਗੱਲਾਂ ਹੋਰ ਵੀ ਜੁੜ ਜਾਂਦੀਆਂ। ਜਦੋਂ ਨਾ ਆਜ਼ਾਦੀ ਮਿਲੀ 15 ਤਰੀਕ ਨੂੰ 12 ਵਜੇ ਸਵੇਰੇ ਤੜਕੇ, ਪੰਡਿਤ ਜਵਾਹਰ ਲਾਲ ਨਹਿਰੂ ਜੋ ਪ੍ਰਾਈਮ ਮਿਨਿਸਟਰ ਬਣੇ ਇੰਡੀਪੈਂਡੈਂਟ ਇੰਡੀਆ ਦੇ, ਤਾਂ ਉਹਨਾਂ ਨੇ ਆਪਣੀ ਸਪੀਚ ਵਿੱਚ ਪਹਿਲੇ ਅੱਖਰ ਬੋਲੇ ਸੀ ਟ੍ਰਿਸਟ ਵਿਦ ਡੈਸਟਨੀ, ਕਿ ਅਸੀਂ ਹੁਣ ਆਪਣੀ ਤਕਦੀਰ ਲਿਖਣ ਜਾ ਰਹੇ ਹਾਂ। ਇੱਕ ਬੜਾ ਰੰਗਲਾ ਤੇ ਇੱਕ ਸੁਨਹਿਰੀ ਭਵਿੱਖ ਅਸੀਂ ਸਿਰਜ ਰਹੇ ਹਾਂ, ਜਿਹਦੀ ਤਸਵੀਰ ਆਪਾਂ ਨੂੰ 15 ਅਗਸਤ ਤੇ ਦਿਖ ਜਾਂਦੀ ਹੈ। ਇਹਨਾਂ ਨੇ ਉਦੋਂ ਵੀ ਨਹੀਂ ਸੋਚਿਆ, ਉਦੋਂ ਇੰਡੀਆ ਦਾ ਡਿਫੈਂਸ ਮਿਨਿਸਟਰ ਸਾਹਿਬ ਬਲਦੇਵ ਸਿੰਘ ਸੀਗਾ, ਤੇ ਕਿੱਡੀ ਆਪਣੇ ਲਈ ਇਹ ਸੋਚਣ ਵਾਲੀ ਗੱਲ ਹੈ ਕਿ ਇੱਕ ਸਿੱਖ ਹੋਵੇ ਡਿਫੈਂਸ ਮਿਨਿਸਟਰ, ਤੇ ਸਾਡੇ ਐਡਾ ਵੱਡਾ ਕਤਲੋ ਗੈਰਤ ਹੋ ਰਿਹਾ ਹੋਵੇ। 47 'ਚ ਮਾਰਚ ਤੋਂ ਉਹ ਸ਼ੁਰੂ ਹੋਇਆ ਸੀਗਾ ਤੇ 6 ਮਹੀਨੇ ਤੱਕ ਉਹ ਚੱਲਦਾ ਰਿਹਾ। 1 ਮਿਲੀਅਨ ਬੰਦਾ ਉਹਦੇ 'ਚ ਕਤਲ ਹੋਇਆ, 10 ਮਿਲੀਅਨ ਤੋਂ ਉੱਤੇ ਘਰ ਉਜੜੇ। ਇਹ ਇਸ ਤਰ੍ਹਾਂ ਦੀਆਂ ਨੀਹਾਂ ਤੇ ਜਿਹੜਾ ਬਣਿਆ ਹੋਇਆ ਦੇਸ਼ ਆ, ਉਹਦੇ ਉੱਤੋਂ ਸਾਡੇ ਜ਼ਖਮਾਂ ਤੇ ਸਾਡਾ ਪੰਜਾਬ ਤਾਂ ਵੰਡਿਆ ਹੀ ਵੰਡਿਆ, ਸਗੋਂ ਸਾਡੇ ਜ਼ਖਮਾਂ ਨੂੰ ਮਲਮ ਲਾਉਣ ਦੀ ਬਜਾਏ ਕੰਡਿਆਂ ਦੀਆਂ ਤਾਰਾਂ ਲਾ ਦਿੱਤੀਆਂ। ਇਹਦੇ ਬਾਰੇ ਪ੍ਰੋਫੈਸਰ ਮੋਹਨ ਸਿੰਘ ਬੜਾ ਬਾਖੂਬੀ ਲਿਖਦੇ ਨੇ, ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ ਮੁੰਡਾ ਸ਼ੈਤਾਨ ਮੁੜ ਸ਼ੈਤਾਨ ਹੋ ਗਿਆ। ਕੁਝ ਐਸਾ ਕੁਫਰ ਤੋਲਿਆ ਅਮਾਨ ਵਾਲਿਆਂ, ਕੁਛ ਐਸਾ ਕੁਫਰ ਤੋਲਿਆ ਅਮਾਨ ਵਾਲਿਆਂ ਕਿ ਕੁਫਰ ਤੋਂ ਵੀ ਹੌਲਾ ਹੈ ਇਮਾਨ ਹੋ ਗਿਆ। ਇਹਨਾਂ ਨੇ ਜੋ ਬਿਲਕਿਸ ਬਾਨੋ ਦਾ ਕੇਸ ਸੀ ਨਾ, ਉਦੋਂ ਉਹ ਪ੍ਰੈਗਨੈਂਟ ਸੀਗੀ, ਗਰਭਵਤੀ ਸੀ, ਜਦੋਂ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਗੁਜਰਾਤ 'ਚ। ਉਸ ਟਾਈਮ ਤੇ ਚੀਫ ਮਿਨਿਸਟਰ ਸੀ ਜੋ ਹੁਣ ਪ੍ਰੈਜ਼ੈਂਟ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ, ਮਿਸਟਰ ਨਰਿੰਦਰ ਮੋਦੀ। ਉਦੋਂ ਵਹਿਸ਼ਿਆਨਾ ਨਾਚ ਹੋਇਆ, ਜਿਵੇਂ 1984 ਵਿੱਚ ਦਿੱਲੀ ਦੀ ਗਲੀਆਂ 'ਚ ਹੋਇਆ ਸੀ। ਅੱਜ ਵੀ ਉਹ ਬੰਦੇ ਦੰਦ ਨਾਂਦੇ ਫਿਰਦੇ ਆ, ਐਂ ਹੀ ਫਿਰਦੇ ਆ ਗੁਜਰਾਤ 'ਚ। ਮੇਰੇ ਨਾਲ ਤਿਹਾੜ ਜੇਲ੍ਹ ਸਿਰਫ 22 ਬੰਦੇ ਅੰਦਰ ਸੀ, ਉਹ ਵੀ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਇਹ ਡਿਊ ਟੂ ਸਿੱਖ ਕਾਰਨੇਜ ਕਰਕੇ ਅੰਦਰ। ਕੀ 22 ਬੰਦੇ ਹਜ਼ਾਰਾਂ ਬੰਦੇ ਮਾਰ ਦੇਣਗੇ? ਅੱਜ ਤੱਕ ਸਿੱਖ ਕੌਮ ਦੀ ਲੀਡਰਸ਼ਿਪ ਨੇ ਇਹੀ ਨਹੀਂ ਅਕਾਊਂਟੇਬਿਲਿਟੀ ਲਿਆਂਦੀ ਕਿ ਕਿੰਨੇ ਬੰਦੇ ਇਨਵੋਲਵ ਸੀ, ਕਿੰਨੀਆਂ FIRs ਹੋਈਆਂ ਤੇ ਕਿੰਨੀ ਟੋਟਲ ਗਿਣਤੀ ਹੈ। ਇਹ ਹਜ਼ਾਰਾਂ 'ਚ ਹੋਊਗੀ ਗਿਣਤੀ ਜਿਨ੍ਹਾਂ ਨੇ ਹਜ਼ਾਰਾਂ ਮਾਰੇ ਆ, ਪੱਤਾਂ ਲੁੱਟੀਆਂ, ਸਾਡੇ ਇਸ਼ਟ ਰੋਲੇ। ਇਸੇ ਤਰ੍ਹਾਂ ਗੁਜਰਾਤ 'ਚ ਹੋਇਆ। ਉਦੋਂ ਬਿਲਕਿਸ ਬਾਨੋ ਹੋਣੀ ਭੱਜ ਕੇ ਪਰਿਵਾਰ ਸਮੇਤ ਕਿਤੇ ਦੂਰ ਆਪਣਾ ਜੰਗਲ 'ਚ ਚਲੇ ਗਏ ਸੀ, ਪਰ ਮੌਬ ਉਹਨਾਂ ਦੇ ਮਗਰ ਗਿਆ। 3 ਮਾਰਚ 26 ਫਰਵਰੀ ਨੂੰ ਸ਼ੁਰੂ ਹੋਈ ਸੀ ਕਤਲ ਵਗੈਰਾ, 3 ਮਾਰਚ ਨੂੰ ਉਹਨਾਂ ਨੇ ਜਾ ਕੇ ਇਹ ਘੇਰ ਲਏ। ਬਿਲਕਿਸ ਬਾਨੋ ਦੇ ਹੱਥ ਉਛੜ 3 ਸਾਲਾਂ ਦੀ ਬੱਚੀ ਚੱਕੀ ਹੋਈ ਸੀ। ਮਤਲਬ ਕਿ ਵਹਿਸ਼ਿਆਨਾ ਤੋਂ ਵੀ ਇਹ ਸ਼ੈਤਾਨ ਨੂੰ ਵੀ ਟੱਪ ਗਏ। ਇਹਨਾਂ ਨੇ ਉਸ ਬੱਚੀ ਨੂੰ ਉਹਦਾ ਸਿਰ ਮਾਰਿਆ ਕੰਧ 'ਚ, ਕਾਸੇ 'ਚ, ਉਹ ਤਾਂ ਉੱਥੇ ਹੀ ਥਾਂ ਮਾਰਤੀ। ਬਾਕੀ ਇਹਨਾਂ ਦੇ ਘਰ ਦੇ 10 ਜੀ ਵੱਡੇ। ਬਿਲਕਿਸ ਬਾਨੋ ਨੇ ਮਿੰਨਤਾਂ ਕੀਤੀਆਂ ਕਿ ਮੈਂ ਗਰਭਵਤੀ ਹਾਂ, ਪਰ ਉਹਦਾ ਵਹਿਸ਼ਿਆਨਾ ਤਰੀਕਾ ਨਾਲ ਰੇਪ ਹੋਇਆ, ਉਹ ਬੇਹੋਸ਼ ਹੋ ਗਈ। ਇਹਨਾਂ ਨੇ ਸੋਚਿਆ ਕਿ ਉਹ ਮਰ ਗਈ,
ਨਹੀਂ ਤਾਂ ਸ਼ਾਇਦ ਇਹਨੂੰ ਵੀ ਵੱਢ ਕੇ ਜਾਂਦੇ। ਉੱਥੇ ਇਦਾਂ ਦੇ ਵੀ ਦੋਸ਼ ਲੱਗੇ ਨੇ ਡਾਕਟਰ ਮਾਇਆ ਕਢਾਨੀ ਤੇ, ਜਿਹੜੀ ਉਸ ਟਾਈਮ ਤੇ ਬੀਜੇਪੀ 'ਚ ਮਿਨਿਸਟਰ ਵੀ ਰਹੀ ਆ, ਹੁਣ ਉਹਨੂੰ ਵੀ ਰਿਹਾ ਕਰ ਦਿੱਤਾ ਗਿਆ ਕਾਫੀ ਚਿਰ ਪਹਿਲੇ। ਉਹਦੇ ਤੇ ਇਹ ਸੀ ਕਿ ਇਹਨਾਂ ਨੇ ਤਰਸ਼ੂਲਾਂ ਨਾਲ ਜਿਹੜੇ ਗਰਭਵਤੀ ਔਰਤਾਂ ਸੀ ਉਹਨਾਂ ਦੇ ਢਿੱਡ ਪਾੜੇ। ਇਹ ਇਸ ਤਰ੍ਹਾਂ ਦੀ ਰਾਜਨੀਤੀ ਤੇ ਚੱਲ ਰਹੇ। ਉਹ ਕਹਿੰਦੇ ਨਾ 2300 ਸਾਲ ਪਹਿਲੇ ਜਦੋਂ ਅਸ਼ੋਕਾ ਟਾਈਮ ਸੀਗਾ, ਉਦੋਂ ਤੋਂ ਜਿਹੜਾ ਇੰਡੀਆ ਦਾ ਸ਼ੇਰ ਆ ਨਾ ਐਂਬਲਮ ਦੇ ਵਿੱਚ, ਜਿਹੜਾ ਹੁਣ ਵੀ ਮਾਡਰਨ ਸਟੇਟ ਦੇ ਵਿੱਚ ਲੱਗਿਆ, ਹੁਣ ਨਵਾਂ ਇੰਡੀਅਨ ਪਾਰਲੀਮੈਂਟ ਦੇ ਉੱਤੇ ਵੀ ਉਹਦਾ ਉਦਘਾਟਨ ਕੀਤਾ ਪਿੱਛੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ। ਉਹ ਉਦੋਂ ਵੀ ਇਹ ਸਵਾਲ ਉੱਠਾ ਸੀ ਕਿ ਵੱਡੇ ਹੁੰਦਾ ਜਾ ਰਿਹਾ, ਅੱਗੇ ਨੂੰ ਆਕਾਰ ਵੱਧਦਾ ਜਾ ਰਿਹਾ। ਇਹ ਆਕਾਰ ਨਹੀਂ ਵੱਧ ਰਿਹਾ, ਇਹ ਜਿਹੜਾ ਐਂਬਲਮ ਆ ਓਵਰ ਦਾ ਪੀਰੀਅਡ ਆਫ ਟਾਈਮ ਇਹ ਫੈਕਟਰ ਹੋ ਗਿਆ, ਮੋਟਾ ਹੋ ਗਿਆ ਜ਼ਿਆਦਾ, ਤੇ ਜ਼ਿਆਦਾ ਗੁੱਸੇ ਖੈਰਾ ਹੋ ਗਿਆ। ਇਹ ਜ਼ਿਆਦਾ ਜ਼ਾਲਮ ਦਿਖਾਈ ਦੇ ਰਹੀ ਹੈ। ਇਹ ਸਮੇਂ ਨਾਲ ਮੋਟਾ ਵੀ ਹੁੰਦਾ ਗਿਆ ਤੇ ਜ਼ਾਲਮ ਵੀ ਹੁੰਦਾ ਗਿਆ। ਇਹਦੇ ਪਿੱਛੇ ਕੀ ਦਬਿਆ ਹੋਇਆ? ਇਹਦੇ ਪਿੱਛੇ ਕਾਰਨੇਜ ਦੀ ਪੀੜਾਂ ਲੁਕੀਆਂ ਹੋਈਆਂ, ਐਕਸਪਲੋਇਟੇਸ਼ਨ ਆਫ ਦਾ ਕਾਸਟ ਸਿਸਟਮ ਲੁਕਿਆ ਹੋਇਆ। ਐਕਸਪਲੋਇਟੇਸ਼ਨ ਕਿਹਦੇ ਤੋਂ ਹੋ ਰਹੀ ਹੈ? ਜਿਹੜੀ ਇੰਟਰੈਂਚਡ ਕਲਾਸ ਆ, ਜਿਹੜੀਆਂ ਰਿਲੀਜੀਅਸ ਵਾਰਸ ਇੱਥੇ ਖੇਡੀਆਂ ਜਾ ਰਹੀਆਂ ਨੇ, ਚਾਹੇ ਉਹ ਜਲੰਧਰ ਵਿੱਚ, ਚਾਹੇ ਕਪੂਰਥਲੇ ਵਿੱਚ। ਇਹ ਨਾਅਰੇ ਲਾਏ ਜਾ ਰਹੇ ਨੇ ਸ਼ਰੇਆਮ ਸੜਕਾਂ ਤੇ 15 ਅਗਸਤ ਨੂੰ ਕਿ ਜੇ ਤੁਸੀਂ ਆਹ ਅੱਖਰ ਨਹੀਂ ਬੋਲੋਗੇ ਤਾਂ ਭਾਰਤ ਛੱਡ ਕੇ ਭੱਜੋ। ਇਸੇ ਤਰ੍ਹਾਂ ਨੰਗੀਆਂ ਤਲਵਾਰਾਂ ਲੈ ਕੇ ਇਹ ਮੋਗੇ 'ਚ ਜਲੂਸ ਕੱਢਦੇ ਫਿਰਦੇ ਨੇ ਇੰਡੀਪੈਂਡੈਂਸ ਡੇ ਤੇ। ਇਹ ਸਮਝ ਨਹੀਂ ਰਹੇ ਕਿ ਪੰਜਾਬ ਪਹਿਲੇ ਬਹੁਤ ਪੀੜਾਂ 'ਚੋਂ ਆਇਆ, ਸਿੱਖ ਕੌਮ ਨੇ ਬਹੁਤ ਪੀੜ ਸਤਾਈ ਆ। ਅੱਜ ਜੇ ਉਹ ਬੰਦੇ ਬਿਲਕਿਸ ਬਾਨੋ ਵਾਲੇ ਛੱਡੇ ਨੇ, ਉਹ ਵੀ ਇੱਕ ਤਰ੍ਹਾਂ ਨਾਲ ਸਿੱਖ ਕੌਮ ਨੂੰ ਸੁਨੇਹਾ ਕਿ ਭਾਵੇਂ ਤੁਸੀਂ 30-30 ਸਾਲ ਜੇਲ੍ਹਾਂ 'ਚ ਲਾ ਲਓ, ਅਸੀਂ ਨਹੀਂ ਪਰਵਾਹ ਕਰਦੇ। ਅਸੀਂ ਜਿਹੜੇ ਵੈਸ਼ਿਆਨਾ ਕਤਲ ਵਾਲੇ ਕਾਤਲ ਨੇ ਉਹਨਾਂ ਨੂੰ ਅਸੀਂ 2002 ਵਾਲਾ ਜਿਹੜਾ ਕਾਨੂੰਨ ਸੀ ਲਾਗੂ ਗੁਜਰਾਤ, ਉਹਨੂੰ ਵਰਤ ਕੇ ਛੱਡਿਆ, ਇਹਨਾਂ ਨੇ ਰਿਹਾ ਕੀਤਾ ਹੈਗਾ। ਜਦ ਕਿ 2014 ਤੋਂ ਗਾਈਡਲਾਈਨਸ ਆ ਚੁੱਕੀਆਂ ਨੇ ਕਿ ਜਿਹੜੇ ਹੀਨੀਅਸ ਕ੍ਰਾਈਮਸ ਦੇ ਵਿੱਚ ਇੱਦਾਂ ਦੇ ਪਰਸਨਸ ਨੇ, ਦੇ ਸ਼ੁੱਡ ਨੈਵਰ ਬੀ ਪਾਰਡਨ ਜੀ। ਉਹਨਾਂ ਦੀ ਸੈਂਟੈਂਸ ਕਮਿਊਟ ਨਹੀਂ ਹੋਣੀ ਚਾਹੀਦੀ। ਪਰ ਇਸ ਤੋਂ ਵੀ ਵੱਡੀ ਗੱਲ ਦੇਖੋ, ਜਿਹੜਾ ਅਰਵਿੰਦ ਕੇਜਰੀਵਾਲ ਜਿਹਦੀ ਹਕੂਮਤ ਅੱਜ ਪੰਜਾਬ 'ਚ ਚੱਲ ਰਹੀ ਆ, ਉਹ ਝੰਡਾ ਲਹਿਰਾ ਰਿਹਾ, ਕਹਿ ਰਿਹਾ ਕਿ ਇੰਡੀਆ ਨੂੰ ਮੈਂ ਨੰਬਰ 1 ਬਣਾਉਣਾ। ਮੈਂ ਕਹਿੰਦਾ ਬਹੁਤ ਮੁਬਾਰਕ, ਬਣਾਓ ਇੰਡੀਆ ਨੂੰ। ਇੰਡੀਆ ਦੇ ਵਿੱਚ ਜਿਹੜਾ ਖੁਸ਼ੀ ਦਾ ਇੰਡੈਕਸ ਆ ਨਾ, ਹੈਪੀਨੈਸ ਦਾ ਇੰਡੈਕਸ, ਅਕੋਰਡਿੰਗ ਟੂ ਵਰਲਡ ਬਾਡੀ, ਉਹ ਲਗਾਤਾਰ ਖੁਰ ਰਿਹਾ। 146 ਦੇਸ਼ਾਂ ਵਿੱਚੋਂ 136ਵਾਂ ਰੈਂਕ, ਤੇ ਲਗਾਤਾਰ ਇਹ ਦੱਸ ਰਿਹਾ। ਉਹ ਜਿਹੜਾ ਖੁਸ਼ੀ ਦਾ ਇੰਡੈਕਸ ਲੈਂਦੇ ਆ ਨਾ, ਉਹਦੇ ਵਿੱਚ ਇਹ ਲਿਆ ਜਾਂਦਾ ਕਿ ਲੋਕਾਂ ਦਾ ਕਿੰਨਾ ਕਿੱਥੇ ਮਨੋਬਲ ਆ, ਲੋਕਾਂ ਦੀ ਕੀ ਇੱਥੇ ਐਕਸਪਲੋਇਟੇਸ਼ਨ ਤਾਂ ਨਹੀਂ ਹੋ ਰਹੀ, ਕਿੰਨੀ ਇਨਇਕੁਐਲਿਟੀ ਹੈਗੀ ਆ, ਕਿੰਨੀ ਐਂਟਰੈਂਚ ਕਾਸਟ ਸਿਸਟਮ ਹੈਗਾ। ਇੱਦਾਂ ਦੇ ਫੈਕਟਰਸ ਲਏ ਜਾਂਦੇ ਆ। ਲੋਕਾਂ ਨੂੰ ਪੁੱਛਿਆ ਜਾਂਦਾ ਕਿ ਕੀ ਤੁਸੀਂ ਖੁਸ਼ ਆ ਆਪਣੀ ਜ਼ਿੰਦਗੀ ਤੋਂ? ਤਾਂ ਇੱਥੇ ਜਿਹੜੀ ਸਰਵੇ ਸੈਂਪਲ ਆਇਆ ਉਹਦੇ ਵਿੱਚ ਆਇਆ ਕਿ ਇੰਡੀਆ ਇੱਕ ਜਿਹੜੇ ਥੱਲੜੇ, ਈਵਨ ਆਪਾਂ ਪਾਕਿਸਤਾਨ ਨਾਲੋਂ ਵੀ ਨਾ ਖੁਸ਼ ਆ, ਆਪਾਂ ਚਾਈਨਾ ਨਾਲੋਂ ਵੀ ਆਪਣੇ ਲੋਕ ਨਾ ਖੁਸ਼ ਨੇ। ਉੱਥੋਂ ਦੇ ਲੋਕ ਹਜੇ ਆਪਣੇ ਨਾਲ ਜ਼ਿਆਦਾ ਖੁਸ਼ੀ ਨੇ, ਜਦ ਕਿ ਉੱਥੇ ਡਿਕਟੇਟਰਸ਼ਿਪਸ ਨੇ। ਇੱਥੇ ਲੁਕਮੀਆਂ ਡਿਕਟੇਟਰਸ਼ਿਪ ਨੇ। ਤਾਂ ਹੀ ਜਿਹੜੇ ਬਿਲਕਿਸ ਬਾਨੋ ਕੇਸ ਵਿੱਚ ਆਉਂਦੇ ਨੇ ਬਾਹਰ, ਉਹਨਾਂ ਨੂੰ ਹਾਰਾਂ ਨਾਲ, ਉਹਨਾਂ ਤੋਂ ਛੋਟੀਆਂ ਬੱਚੀਆਂ ਤੋਂ ਉਹਨਾਂ ਦੇ ਸਿਰਾਂ ਤੇ ਤਿਲਕ ਲਵਾਏ ਜਾਂਦੇ ਆ। ਉਹਨਾਂ ਦੀ ਇੱਕ ਬਹੁਤ ਵੱਡੇ ਪੱਧਰ ਤੇ ਸਵਾਗਤ ਕੀਤਾ ਜਾਂਦਾ, ਜਿਵੇਂ ਉਹ ਕੋਈ ਬਹੁਤ ਵੱਡਾ ਵੈਸ਼ਿਆਨਾ ਕਾਰਾ ਕਰਕੇ ਆਪਣੇ ਧਰਮ ਦੀ ਰੱਖਿਆ ਕਰਕੇ ਬਾਹਰ ਆਏ। ਇੱਥੇ ਆਪਾਂ ਦੁਆਵਾਂ ਕਰਦੇ ਫਿਰਦੇ ਆ। SGPC ਦਾ ਪ੍ਰੈਜ਼ੀਡੈਂਟ DC ਨੂੰ ਮੈਮੋਰੈਂਡਮ ਦੇਣ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਫॉर ਦਾ ਰਿਲੀਜ਼ ਆਫ ਬੰਦੀ ਸਿੱਖਸ। 40 ਮਿੰਟ ਦਾ ਜਲੂਸ ਉਹ ਪੈਦਲ ਚੱਲ ਕੇ ਜਾਂਦੇ। ਅੱਗੇ ਉਹ DC ਸਰ ਹਰਪ੍ਰੀਤ ਸਿੰਘ ਸੂਦਨ ਉਹਨਾਂ ਨੂੰ ਮਿਲਣ ਤੋਂ ਨਾ ਕਰ ਦਿੰਦੇ ਆ, ਆਪਣਾ SDM ਭੇਜਦੇ ਆ, ਉਹ ਮੈਮੋਰੈਂਡਮ ਲੈਂਦਾ। ਅੱਜ ਆਹ ਔਕਾਤ ਆ ਗਈ ਆ ਸਿੱਖ ਕੌਮ ਦੀ। ਇੱਥੇ ਨੰਗੀਆਂ ਤਲਵਾਰਾਂ ਨਹੀਂ ਚਾਹੀਦੀਆਂ, ਇੱਥੇ ਸੋਚ ਚਾਹੀਦੀ ਹੈ ਜਿਹੜੀ ਮਰ ਰਹੀ ਆ। ਅੱਗੇ ਸਾਡੀ ਸੋਚ ਤੋਂ ਘਬਰਾਉਂਦੀ ਸੀ ਦੁਨੀਆ, ਹੁਣ ਸਾਡੀ ਸੋਚ ਨੂੰ ਇਹ ਕਦੀ ਲੰਡਨ ਦੇ ਵਿੱਚ ਤਿਰੰਗੇ ਪਾੜਦੇ ਆ, ਇਹ ਨਹੀਂ ਦੇਖ ਰਹੇ ਕਿ ਇਹਦੇ ਨਾਲ ਤੁਸੀਂ ਸਾਡੀ ਸਿੱਖ ਕੌਮ ਦੀ ਜਿਹੜੀ ਇੱਥੇ ਸਿਕਿਉਰਿਟੀ ਆ ਪੰਜਾਬ 'ਚ, ਉਹਨੂੰ ਤੁਸੀਂ ਖਤਰੇ 'ਚ ਪਾ ਰਹੇ ਆ, ਨਾ ਕਿ ਤੁਸੀਂ ਸਾਡੀ ਕੋਈ ਵੰਗਾਰ ਵਧਾ ਰਹੇ। ਗਿੱਲ ਸਾਹਿਬ, ਪੰਜਾਬ ਦੀ ਇੱਕ ਧਿਰ ਐਸੀ ਹੈ ਵੀ ਜਿਹੜੀ ਕਹਿੰਦੀ ਹੈ ਕਿ ਇਹ ਤਿਰੰਗਾ ਝੰਡਾ ਨਹੀਂ ਲਹਿਰਾਉਣਾ। ਉਹਨਾਂ ਨੇ ਕੇਸਰੀ ਝੰਡਾ ਲਹਿਰਾਉਣ ਦਾ ਆਦੇਸ਼ ਦਿੱਤਾ, ਫਰਮਾਨ ਜਾਰੀ ਕੀਤਾ, ਕੁਝ ਲੋਕਾਂ ਨੇ ਲਹਿਰਾਏ। ਇਸੇ ਤਰੀਕੇ ਨਾਲ ਯੂਪੀ ਦੇ ਵਿੱਚੋਂ ਇੱਕ ਕੱਟੜਪੰਥੀ ਹੈ, ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ, ਉਹ ਮੁਸਲਮਾਨਾਂ ਦੇ ਬਾਰੇ ਬੜੀ ਆਗੂ ਬੋਲਦਾ ਤੇ ਉਹ ਇਹ ਕਹਿੰਦਾ ਕਿ ਝੰਡਾ ਵੀ ਜਿਹੜਾ ਤਿਰੰਗਾ ਨਹੀਂ ਲਹਿਰਾਉਣਾ,
ਕਿਉਂਕਿ ਇਹ ਬੰਗਾਲ ਦੇ ਵਿੱਚੋਂ ਬਣਦਾ ਹੈ ਔਰ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕ ਬਣਾਉਂਦੇ ਆ। ਇਸ ਕਰਕੇ ਕਹਿੰਦੇ ਜਿਹੜਾ ਪੈਸਾ ਹੈ ਇਹ ਜ਼ਕਾਤ 'ਚ ਜਾਊਗਾ ਤੇ ਜ਼ਕਾਤ ਵਾਲਾ ਪੈਸਾ ਅੱਗੇ ਉਹ ਇਸ ਵਾਸਤੇ ਵਰਤਣਗੇ ਕਿ ਤੁਹਾਡੇ ਧੀਆਂ ਪੁੱਤ ਹੈ ਜਿਹੜੇ ਮਰਵਾਏ ਜਾਣ, ਮਤਲਬ ਜਹਾਦ ਵਾਲੇ ਪਾਸੇ ਭੇਜਣਗੇ। ਉਹ ਵੀ ਭਗਵਾਂ ਝੰਡਾ ਕਹਿੰਦੇ ਆ। ਉਹ ਭਗਵਾਂ ਤੇ ਸਾਡਾ ਕੇਸਰੀ ਰੰਗ ਇੱਕੋ ਹੈ, ਪਰ ਦੂਜੇ ਪਾਸੇ ਜਿਹੜੀ ਸੋਚ ਹੈ ਉਹ ਟੋਟਲ ਵੱਖਰੀ ਹੈ। ਤੁਸੀਂ ਗੱਲ ਕੀਤੀ, ਇੱਕ ਪਾਸੇ ਨੰਗੀਆਂ ਤਲਵਾਰਾਂ ਲਹਿਰਾਈਆਂ ਜਾਂਦੀਆਂ ਨੇ, ਕੀ ਸੰਦੇਸ਼ ਦੇਣ ਦਾ ਯਤਨ ਹੈ। ਦੂਸਰੇ ਪਾਸੇ ਇਹ ਉਹੀ ਗੱਲ ਕਿ ਜੇ ਤੁਸੀਂ ਸਾਡੇ ਮੁਤਾਬਕ ਨਹੀਂ ਬੋਲਣਾ ਫਿਰ ਜਾਓ ਭਾਰਤ ਛੱਡੋ। ਸੋ ਇਹ ਕੀ ਸੰਦੇਸ਼ ਦਿੱਤੇ ਜਾ ਰਹੇ ਆ। ਮੈਂ ਇਕੱਲੇ ਆਪਾਂ ਸਿੱਖ ਲੀਡਰਸ਼ਿਪ ਦੀ ਗੱਲ ਜੇ ਪੰਜਾਬ ਦੀ ਕਰੀਏ ਤਾਂ ਫਿਰ ਗਿੱਲ ਸਾਹਿਬ ਇਹ ਨਹੀਂ ਲੱਗਦਾ ਕਿ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰਨ ਦੇ ਵਿੱਚ ਸਾਡੇ ਆਗੂਆਂ ਦਾ ਹੀ ਰੋਲ ਹੈ। ਚਾਹੀਦਾ ਤਾਂ ਇਹ ਹੈ ਕਿ ਅਸੀਂ ਸੁਚੇਤ ਰੂਪ ਦੇ ਵਿੱਚ ਆਪਦੇ ਹੱਕਾਂ ਦੇ ਵਾਸਤੇ ਖੜੀਏ, ਗੱਲ ਕਰੀਏ, ਪਰ ਕਿਰਪਾਨਾਂ ਕੱਢ ਕੇ ਝੰਡੇ ਲਹਿਰਾ ਕੇ ਤਾਂ ਮਸਲੇ ਹੱਲ ਨਹੀਂ ਹੁੰਦੇ। ਮੈਂ ਜਿਹੜੀ ਗੱਲ ਕਰਨਾ ਹੈ ਤੇ ਸੈਕਟੇਰੀਅਨ ਗੱਲਾਂ 'ਚ ਨਹੀਂ ਮੈਂ ਜਾਣਾ ਚਾਹੁੰਦਾ, ਮਤਲਬ ਕੌਣ ਕੀ ਕਹਿੰਦਾ ਕਿੱਦਾਂ ਨਹੀਂ ਕਹਿੰਦਾ। ਮੈਂ ਸਿਰਫ ਇੱਕ ਉਹ ਪਿਕਚਰ ਪ੍ਰਜੈਂਟ ਕਰਦਾ ਕਿ ਜਿਹੜੇ ਆਹ ਝੰਡਾ ਲਹਿਰਾ ਰਹੇ ਨੇ ਅਰਵਿੰਦ ਕੇਜਰੀਵਾਲ ਵਰਗੇ, ਇਹਨਾਂ ਦੀ ਜ਼ਬਾਨ ਸਾਇਲੈਂਸ 'ਚ ਚਲੀ ਗਈ ਜਦੋਂ ਬਿਲਕਿਸ ਬਾਨੋ ਦਾ ਕੇਸ ਆਇਆ। ਇੱਕ ਅੱਖਰ ਨਹੀਂ ਬੋਲੇ। ਨੋਟ ਟੂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸੈਡ ਐਨੀਥਿੰਗ। ਈਵਨ ਵਰਲਡ ਵਾਈਡ ਇਹਦੀ ਕੰਡੈਮਨੇਸ਼ਨ ਹੋ ਰਹੀ ਹੈਗੀ ਆ ਕਿ ਇਹ ਜਿਹੜਾ ਕੇਸ ਆ, ਈਵਨ ਜਥੇਦਾਰ ਅਕਾਲ ਤਖਤ ਸਾਹਿਬ ਉਹ ਹਰ ਇਸ਼ੂ ਤੇ ਬੋਲਦੇ ਆ, ਬੋਲਣਾ ਵੀ ਚਾਹੀਦਾ। ਹੁਣ ਕਿਉਂ ਜ਼ਬਾਨ ਬੰਦ ਆ? ਹੁਣ SGPC ਪ੍ਰੈਜ਼ੀਡੈਂਟ ਕਿਉਂ ਨਹੀਂ ਬੋਲ ਰਿਹਾ? ਹੁਣ ਸਰਦਾਰ ਸੁਖਬੀਰ ਬਾਦਲ ਕਿਉਂ ਨਹੀਂ ਬੋਲ ਰਹੇ? ਹੁਣ ਖੁੱਲ੍ਹ ਕੇ ਬੋਲੋ। ਹਾਂ, ਬੀਬਾ ਹਰਸਿਮਰਤ ਕੌਰ ਬਾਦਲ ਜ਼ਰੂਰ ਬੋਲੀ ਆ, ਬੋਲਣਾ ਵੀ ਚਾਹੀਦਾ ਕਿ ਸਾਡੇ ਜਿਹੜੇ ਨਿਹੱਕੇ ਬੰਦੇ ਬੈਠੇ ਆ 30 ਸਾਲਾਂ ਦੇ, ਉਹ ਜਦੋਂ ਤੁਸੀਂ ਸਾਡੇ ਤੇ ਜ਼ੁਲਮ ਢਾਏ ਤਾਂ ਉਦੋਂ ਉਹਨਾਂ ਦੀ ਵੰਗਾਰ ਉੱਠੀ। ਜੇ ਉਹ ਉਸ ਕੇਸਾਂ ਵਿੱਚ ਅੰਦਰ ਨੇ, ਉਹਨਾਂ ਨੇ ਕੈਦ ਨਾਲੋਂ ਆਪਣੀ ਜ਼ਿਆਦਾ ਕੈਦ ਕੱਟ ਲਈ ਆ ਜਿੰਨੀ ਮੁਕਰਰ ਹੋਈ ਸੀ, ਉਹ ਤਾਂ ਛੱਡੇ ਨਹੀਂ ਜਾ ਰਹੇ। ਦੂਜੇ ਪਾਸੇ ਜਿਨ੍ਹਾਂ ਨੇ ਇੱਦਾਂ ਦੇ ਵੈਸ਼ਿਆਨਾ ਸ਼ਤਾਨਾਂ ਵਾਲੇ ਕੰਮ ਕੀਤੇ ਆ, ਗਰਭਵਤੀ ਔਰਤਾਂ ਦੇ ਰੇਪ ਕੀਤੇ, ਉਹਨਾਂ ਦੇ ਟੱਬਰ ਮਾਰੇ, ਉਹਨਾਂ ਨੂੰ ਤੁਸੀਂ ਆਪਣੇ ਲਾ ਕੇ ਗਲਾਂ 'ਚ ਹਾਰ ਪਾ ਕੇ ਉਹਨਾਂ ਨੂੰ ਵੈਲਕਮ ਕਰ ਰਹੇ ਆ। ਐਂ ਹੀ ਇਹਨਾਂ ਨੇ ਜਿਹੜੇ ਲਿੰਚਿੰਗ ਸੁਣੀਆਂ ਨੇ ਮੁਸਲਮਾਨਾਂ ਦੀਆਂ, ਜਿਹੜੇ ਉਹਨਾਂ ਕੇਸਾਂ ਵਿੱਚੋਂ ਵੀ ਲੋਕੀ ਬਾਹਰ ਆਏ ਨੇ, ਉਹਨਾਂ ਨੂੰ ਵੀ ਇਹਨਾਂ ਨੇ ਸਨਮਾਨਿਤ ਕੀਤਾ ਪਬਲਿਕਲੀ। ਇਹ ਕੀ ਮੈਸੇਜ ਦੇਣਾ ਚਾਹ ਰਹੇ ਆ? ਫਿਰ ਜਦੋਂ ਵਰਲਡ ਬੋਡੀਜ਼ ਬੋਲਦੀਆਂ ਨੇ ਇੰਡੀਆ ਬਾਰੇ, ਸਟੇਟ ਆਫ ਡੈਮੋਕ੍ਰੇਸੀ ਬਾਰੇ ਬੋਲਦੇ ਨੇ ਔਨ ਐਵਰੀ ਇੰਡੈਕਸ, ਭਾਵੇਂ ਇਹ ਪ੍ਰੈਸ ਫਰੀਡਮ ਦਾ ਇੰਡੈਕਸ ਆ, ਚਾਹੇ ਲੋਕਾਂ ਦੇ ਵਿੱਚ ਇਨਕੁਐਲਿਟੀ ਦਾ ਸਿੰਬਲ ਆ, ਚਾਹੇ ਰਿਲੀਜੀਅਸ ਫਰੀਡਮ ਦਾ ਸਿੰਬਲ ਆ, ਚਾਹੇ ਮਾਈਨੋਰਟੀਜ਼ ਦੀ ਸੇਫਟੀ ਦਾ ਸਿੰਬਲ ਆ। ਜਦੋਂ ਡਾਕਟਰ ਰਜਿੰਦਰ ਪ੍ਰਸਾਦ ਨੇ ਪਹਿਲੀ ਵਾਰੀ ਪ੍ਰੈਜ਼ੀਡੈਂਟ ਦੀ ਸਹੁੰ ਚੱਕੀ ਸੀ ਤੇ ਪਹਿਲਾਂ ਉਹਨਾਂ ਨੇ ਆਪਣੀ ਸਪੀਚ ਦਿੱਤੀ ਸੀ, ਉਹਦੇ ਜਿਹੜੇ ਪਹਿਲੇ ਅੱਖਰ ਇਹ ਸੀ ਕਿ ਅਸੀਂ ਅਸ਼ੋਰ ਕਰਦੇ ਹਾਂ ਆਪਣੀਆਂ ਮਾਈਨੋਰਟੀਜ਼ ਨੂੰ ਕਿ ਉਹਨਾਂ ਨੂੰ ਫੁੱਲ ਸੋਵਰੈਂਟੀ ਦਿੱਤੀ ਜਾਊਗੀ, ਉਹਨਾਂ ਦੀ ਸੇਫਟੀ, ਉਹਨਾਂ ਦੇ ਰਹਿਣ ਸਹਿਣ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਸੁਰੱਖਿਆ ਦੇਵਾਂਗੇ ਐਂਡ ਵੀ ਵਿਲ ਟੇਕ ਕੇਅਰ ਕਿ ਉਹ ਕਿਸੇ ਤਰ੍ਹਾਂ ਦਾ ਵੀ ਡਰ ਭੈ ਮਹਿਸੂਸ ਨਾ ਕਰਨ। ਅੱਜ ਮੈਨੂੰ ਉਹ ਡਾਕਟਰ ਰਜਿੰਦਰ ਪ੍ਰਸਾਦ ਦੇ ਬੋਲ ਦੁਬਾਰਾ ਕਹਿਣੇ ਪਏ ਆ ਕਿ ਸ਼ਾਇਦ ਜਿਹੜੇ ਅਰਵਿੰਦ ਕੇਜਰੀਵਾਲ ਵਰਗੇ ਝੰਡੇ ਚਲਾਉਂਦੇ ਫਿਰਦੇ ਆ, ਜਾਂ ਹੁਣ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਸ ਪੋਸਟ ਤੇ ਬੈਠੇ ਨੇ, ਉਹਨਾਂ ਨੂੰ ਜ਼ਰੂਰ ਡਾਕਟਰ ਰਜਿੰਦਰ ਪ੍ਰਸਾਦ ਦੇ ਬੋਲ ਪੜ੍ਹਨੇ ਚਾਹੀਦੇ ਆ। ਕਹਿੰਦੇ ਹੁੰਦੇ ਨਾ, when there is something to say, when you have to say something, silence is a lie। ਇਹ ਜਿਹੜਾ ਚੁੱਪ ਆ ਨਾ, ਚੁੱਪ ਇੱਕ ਝੂਠ ਆ। ਬਹੁਤ ਵਾਰੀ ਆਪਾਂ ਨੂੰ ਕਿਹਾ ਜਾਂਦਾ ਕਿ ਚੁੱਪ ਕਰ ਜਾਓ। ਸਾਡੀ ਜਿਹੜੀ ਟ੍ਰਸਟ ਵਿਦ ਡੈਸਟਨੀ ਸੀਗੀ, ਉਹ ਸਾਡੀ ਕੰਡਿਆਂ ਦੇ ਵਿੱਚ ਸਾਡੇ ਜ਼ਖਮਾਂ ਉੱਤੇ ਖਿੱਚੀ ਹੋਈ ਆ। ਕੀ ਇਹ ਸਾਡੀ ਤਕਦੀਰ ਇਹ ਆ? ਇਸੇ ਤਰ੍ਹਾਂ ਜੇ ਅੱਜ ਮੁਸਲਿਮ ਆਵਾਮ ਨਾਲ ਐ ਹੋ ਰਿਹਾ, ਸਾਡੇ SGPC ਦੇ ਪ੍ਰੈਜ਼ੀਡੈਂਟ ਨੂੰ ਇੱਕ ਪੰਜਾਬ ਦਾ, ਅੰਮ੍ਰਿਤਸਰ ਦਾ DC ਜਿਹੜਾ ਕਿ ਐਗਜ਼ੈਕਟਿਵ ਹੈਡ ਹੈ SGPC ਦਾ, ਉਹ ਉਹਨਾਂ ਨੂੰ ਮਿਲਣ ਤੋਂ ਮੁਨਕਰ ਡਿਸਪਾਈਟ ਬੀਇੰਗ ਏ ਸਿੱਖ। ਇਹ ਇਸ ਤਰ੍ਹਾਂ ਦਾ ਜਿਹੜਾ ਝੰਡਾ ਅਰਵਿੰਦ ਕੇਜਰੀਵਾਲ ਚੜਾ ਰਿਹਾ ਨਾ, ਇੱਦਾਂ ਦੇ ਝੰਡੇ ਨੇ। ਜੇ ਝੰਡੇ ਚਲਾਉਣੇ ਆ ਤਾਂ ਜਾਓ ਆਸਰੋ ਪਿੰਡ, ਉਹ ਝੰਡਾ ਲਿਆਓ, ਉਹ ਝੰਡਾ ਲਾ ਕੇ ਚੱਲੋ, ਫਿਰ ਦੇਖੋ ਕੌਣ ਨਿਵਾਸ ਹੁੰਦਾ। ਸਹੀ। ਗਿੱਲ ਸਾਹਿਬ, ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋਈ ਹੈ 15 ਅਗਸਤ ਵਾਲੇ ਦਿਨ। ਪਹਿਲਾਂ 75 ਕਹਿੰਦੇ ਸੀ, ਹੁਣ ਐਲਾਨਿਆ ਜਾ ਰਿਹਾ ਕਿ 100 ਮੁਹੱਲਾ ਕਲੀਨਿਕ ਹੈ ਉਹ ਸਰਕਾਰ ਨੇ ਸ਼ੁਰੂ ਕੀਤੇ ਨੇ। ਦੋ ਸਵਾਲ ਇਸ ਵਕਤ ਬੜੇ ਅਹਿਮ ਨੇ। ਇੱਕ ਤਾਂ ਇਹ ਕਿ ਕੀ ਇੱਥੇ ਸੱਚੀ ਉਹ ਸਹੂਲਤਾਂ ਮਿਲਣਗੀਆਂ ਜਾਂ ਮਿਲ ਰਹੀਆਂ ਨੇ। ਦੂਜੀ ਗੱਲ ਹੈ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਸਟਰਕਚਰ ਸੀਗਾ, ਬਿਲਡਿੰਗ ਹੈਗੀਆਂ ਨੇ, ਚਾਹੀਦੀਆਂ ਤਾਂ ਦਵਾਈਆਂ ਤੇ ਡਾਕਟਰ ਹੈ, ਜੇ ਉਹ ਮੁਹੱਈਆ ਕਰਾ ਦਿੱਤੇ ਜਾਂਦੇ ਕਿਤੇ ਜ਼ਿਆਦਾ ਵਧੀਆ ਨਹੀਂ ਹੋਣਾ ਸੀ? ਤੁਹਾਡਾ ਨਜ਼ਰੀਆ ਕੀ ਹੈ? ਇੱਕ ਨਾ ਮੁਸਲਮਾਨ ਪੋਇਟ ਆ ਤਫੀਲ ਖਾਲਸ,
ਜੋ ਮਤਲਬ ਕਿ ਸੰਦਰਭ ਸਿਰਜਿਆ ਜਾਣਾ ਚਾਹੀਦਾ ਸੀ ਪੰਜਾਬ 'ਚ। ਤੁਸੀਂ ਪਹਿਲੇ ਝੰਡਿਆਂ ਦੀ ਗੱਲ ਉਠਾਈ ਸੀ ਨਾ, ਮੈਂ ਮੁਹੱਲਾ ਕਲੀਨਿਕਸ ਤੇ ਆਉਣਾ ਹੁਣ ਕਿ ਸਾਡੇ ਅੱਗੇ ਸੋਚ ਇਹ ਆ ਜਿਹਨੂੰ ਕਿ ਤਫੇਲ ਨੇ ਬੜਾ ਬਾਖੂਬੀ ਲਿਖਿਆ ਕਿ ਸਾਡੇ ਵਿਹੜੇ ਕਿਸ ਨੇ ਕੰਧ ਕੀਤੀ, ਸਾਡੇ ਵਿਹੜੇ ਕਿਸ ਨੇ ਕੰਧ ਕੀਤੀ, ਸਾਡੀ ਧਰਤੀ ਨੂੰ ਕਿਸ ਨੇ ਪਾੜ ਦਿੱਤਾ, ਸਾਡੇ ਹੱਥ ਵੱਢੇ, ਸਾਡੀ ਕਲਮ ਤੋੜੀ, ਸਾਡੀ ਸਾਰੀ ਤਹਿਰੀਕ ਨੂੰ ਸਾੜ ਦਿੱਤਾ। ਆਹ ਸਾਡੇ ਨਾਲ ਹੋਇਆ ਪੰਜਾਬ 'ਚ। ਹੁਣ ਇਹ ਮੁਹੱਲਾ ਕਲੀਨਿਕ ਲੈ ਕੇ ਆ ਰਹੇ ਨੇ, ਜਦੋਂ ਝੰਡੇ ਚਲਾਉਣੇ ਆ ਨਾ ਤਾਂ ਆਹ ਤਫੀਲ ਦੀਆਂ ਲਾਈਨਾਂ ਜ਼ਰੂਰ ਪੜ੍ਹ ਲਿਆ ਕਰੋ ਜੀ। ਵੀ ਫੇਰ ਲੱਗਦਾ, ਫੇਰ ਕਿਰਪਾਨਾਂ ਕੱਢਿਓ, ਫੇਰ ਦੇਖਦੇ ਆ ਜੇ ਤੁਹਾਡੇ ਕੋਲੇ ਬਗੈਰ ਖਾਲੀ ਕਿਰਪਾਨਾਂ ਨਾ ਸਿੱਖਾਂ ਨੇ ਕਦੀ ਲਹਿਰਾਈਆਂ ਨੇ, ਨਾ ਖਾਲੀ ਕਦੀ ਕਿਸੇ ਦੇ ਝੰਡੇ ਪਾੜੇ ਨੇ। ਝੰਡਾ ਪਾੜਿਆ ਸੀ ਮਾਸਟਰ ਤਾਰਾ ਸਿੰਘ ਨੇ ਮੁਸਲਿਮ ਲੀਗ ਦਾ, ਤੇ ਉਹਦਾ ਖਮਾਇਜਾ ਦੇਖ ਲਓ ਫਿਰ ਕਿੱਡਾ ਭਰਿਆ। ਅੱਜ ਆਪਣਾ ਪੰਜਾਬ ਵੰਡਿਆ ਗਿਆ, ਆਪਣਾ ਲਾਹੌਰ ਆਪਣੇ ਤੋਂ ਚਲਾ ਗਿਆ, ਆਪਣੀ ਸਾਰੀ ਵਿਰਾਸਤ ਚਲੀ ਗਈ, ਉਹਦੇ ਉੱਤੋਂ ਇੰਨੀ ਕਤਲੋ ਗੈਰਤ ਹੋਈ। ਇਹ ਜਿਹੜੇ ਹੁਣ ਭਗਤ ਸਿੰਘ ਦੀਆਂ ਸਮਾਧਾਂ ਤੇ ਮੱਥੇ ਟੇਕਦੇ ਆ ਨਾ, ਇਹ ਇਤਿਹਾਸ 13 ਅਪ੍ਰੈਲ 1919 ਵਾਲਾ ਹੀ ਪੜ੍ਹ ਲੈਣ, ਜਦੋਂ ਇਹਨਾਂ ਦੇ ਘਰਾਂ 'ਚ ਡਿਨਰ ਲਈ ਉਹੀ ਬੰਦਿਆਂ ਨੂੰ ਸਨਮਾਨਿਤ ਕਰਨ ਲਈ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਤੇ ਸਾਕੇ ਕੀਤੇ ਸੀ, ਉਹਨਾਂ ਨਾਲ ਇਹਨਾਂ ਦਾ ਡਿਨਰ ਖਾਧਾ ਜਾ ਰਿਹਾ ਸੀ। ਹੁਣ ਇਹ ਮੱਥੇ ਟੇਕਦੇ ਆ ਭਗਤ ਸਿੰਘ ਦੀਆਂ ਜਾ ਕੇ ਉਹਦੇ ਮਤਲਬ ਕਿ ਪਿੰਡਾਂ ਦੇ ਵਿੱਚ। ਜਿਹੜੀ ਮੁਹੱਲਾ ਕਲੀਨਿਕਸ ਨੇ, ਮੈਂ ਕਹਿੰਦਾ ਵੈਲਕਮ ਸਟੈਪ ਕਰਦਾ ਕਿ ਹੈਲਥ ਫੈਸਿਲਿਟੀਜ਼ ਪੰਜਾਬ 'ਚ ਵਧਣੀਆਂ ਚਾਹੀਦੀਆਂ ਨੇ, ਪਰ ਇਹ ਵੀ ਦੇਖ ਲਓ ਜੋ ਫੈਸਿਲਿਟੀ ਸਾਡੇ ਕੋਲ ਹੈਗੀਆਂ ਨੇ ਕੀ ਅਸੀਂ ਉਹਨਾਂ ਨੂੰ ਸਾਂਭ ਸਕੇ। 1864 ਵਿੱਚ ਮੈਡੀਕਲ ਸਕੂਲ ਬਣਿਆ ਸੀਗਾ ਲਾਹੌਰ ਵਿੱਚ, ਜਿਹੜਾ ਕਿ 1920 ਵਿੱਚ ਸ਼ਿਫਟ ਹੋ ਕੇ ਅੰਮ੍ਰਿਤਸਰ ਆ ਗਿਆ ਮੈਡੀਕਲ ਸਕੂਲ। ਉਹ 1943 ਵਿੱਚ ਮੈਡੀਕਲ ਕਾਲਜ ਬਣਿਆ। ਅਲਟੀਮੇਟਲੀ 1974 ਵਿੱਚ ਉਹ ਵੱਡਾ ਗੁਰੂ ਨਾਨਕ ਹਸਪੀਟਲ ਬਣਿਆ, ਇੱਕ ਟੌਪ ਦਾ ਮੈਡੀਕਲ ਇੰਸਟੀਟਿਊਸ਼ਨ ਬਣਿਆ ਸੀ। ਉਹਦੀ ਵਿਰਾਸਤ ਆ ਪੁਰਾਣੀ, ਉਸ ਦੇ ਵਿੱਚ ਅੱਜ ਹਾਲ ਦੇਖੋ ਕੀ ਆ। ਉਹਦੇ ਵਿੱਚ ਕੋਈ ਸੁਪਰ ਸਪੈਸ਼ਲਿਟੀ ਡਾਕਟਰ ਹੈ ਨਹੀਂਗਾ, ਜਿਹੜੇ ਵਾਰਡ ਨੇ ਉਹਦੇ ਵਿੱਚ ਅਵਾਰਾ ਕੁੱਤੇ ਫਿਰਦੇ ਨੇ, ਜਿਹੜੇ ਅਟੈਂਡੈਂਟਸ ਨੇ ਉਹ ਭੁੰਜੇ ਬੈਠਦੇ ਨੇ, ਜਿੰਨੇ ਟਾਇਲਟਸ ਨੇ ਉਹ ਸਾਰੇ ਲੀਕ ਕਰਦੇ ਨੇ, ਜਿਹੜਾ ਸੀਵਰੇਜ ਆ ਉਹ ਵਾਰਡਾਂ ਦੇ ਵਿੱਚ ਤੁਰਿਆ ਫਿਰਦਾ ਹੈਗਾ। ਈਵਨ ਉੱਥੋਂ ਦਾ ਉਹ ਜਿਹੜਾ ਪ੍ਰਿੰਸੀਪਲ ਜਾਂ ਡਾਇਰੈਕਟਰ ਆ ਉਹ ਕਹਿ ਰਿਹਾ ਕਿ ਸਾਡੇ ਕੋਲ 204 ਪੋਸਟਾਂ ਖਾਲੀ ਪਈਆਂ ਨੇ ਸਵੀਪਰਸ ਦੀਆਂ, ਤੇ ਜਿਹੜੇ 4th ਕਲਾਸ ਹੈਗੇ ਨੇ ਉੱਥੇ ਇੱਕ ਮੈਡੀਕਲ ਸਟੋਰ ਚੱਲ ਰਿਹਾ ਜਿਹਦੇ ਰਾਹੀਂ ਲੁੱਟ ਹੋ ਰਹੀ ਆ ਪੇਸ਼ੈਂਟਸ ਦੀ। ਇੱਕ ਪ੍ਰਾਈਵੇਟ ਏਜੰਸੀ ਨੂੰ ਸਟੋਰ ਦਿੱਤਾ ਹੋਇਆ, ਉਹਨੂੰ 2011 'ਚ 1 ਸਾਲ ਲਈ ਲੀਜ਼ ਤੇ ਦਿੱਤਾ ਸੀਗਾ, ਜਿਹੜਾ ਕਿ ਅੱਜ ਤੱਕ ਚੱਲ ਰਿਹਾ ਤੇ ਪੂਰੀ ਤਰ੍ਹਾਂ ਉਸ ਦੀ ਲੁੱਟ ਹੋ ਰਹੀ। ਉਹ ਕਹੇ ਸਾਡੇ ਕੋਲੇ ਕੋਈ ਮੈਡੀਸਨਸ ਹੈ ਨਹੀਂ, ਸਾਡੇ ਕੋਲੇ ਡਾਕਟਰਸ ਹੈ ਨਹੀਂ, ਸਾਡੇ ਕੋਲੇ ਜਿਹੜੇ ਅਸਿਸਟਿੰਗ ਸਟਾਫ ਜਿਹੜਾ ਹੈਗਾ ਨਰਸਿਸ ਨੇ, ਹੋਰ ਜਿਹੜੇ ਟੈਕਨੀਕਲ ਸਟਾਫ ਆ ਉਹ ਹੈ ਨਹੀਂ, ਸਾਡੀਆਂ ਜਿਹੜੀਆਂ ਡਾਇਗਨੋਸਟਿਕ ਦੀਆਂ ਜਿਹੜੀਆਂ ਮਸ਼ੀਨਾਂ ਪਈਆਂ ਨੇ ਬਠਿੰਡੇ ਕੈਂਸਰ ਹਸਪੀਟਲ ਦੇ ਵਿੱਚ ਉਹ ਚੱਲ ਨਹੀਂ ਰਹੀਆਂ। ਮੈਮੋਗ੍ਰਾਫੀ ਕਰਾਉਣ ਲਈ ਲੋਕਾਂ ਨੂੰ ਬਾਹਰ ਜਾਣਾ ਪੈਂਦਾ, ਕਿ ਉਹ ਚੱਲ ਕਿਉਂ ਨਹੀਂ ਰਹੀਆਂ? ਕਿਉਂਕਿ ਰੇਡੀਓਲੋਜਿਸਟ ਹੈ ਨਹੀਂ। ਫਾਜ਼ਿਲਕਾ ਦੇ ਵਿੱਚ ਬਲੱਡ ਬੈਂਕ ਬੰਦ ਪਿਆ ਪਿਛਲੇ ਕਈ ਹਫ਼ਤਿਆਂ ਤੋਂ। ਕਿਉਂ ਬੰਦ ਪਿਆ? ਕਿਉਂਕਿ ਜਿਹੜਾ ਬਲੱਡ ਟ੍ਰਾਂਸਫਿਊਸ਼ਨ ਆਫਿਸਰ ਚਾਹੀਦਾ ਉਹ ਹੈ ਨਹੀਂ। ਆਪਾਂ ਨੂੰ ਇਹ ਦੇਖਣਾ ਚਾਹੀਦਾ ਸੀਐਮ ਭਗਵੰਤ ਮਾਨ ਨੂੰ ਕਿ ਤੁਹਾਡੇ ਇੱਥੇ ਦੇਖੋ ਪੇਸ਼ੈਂਟਸ ਦੇ ਜਿਹੜੇ ਮਿਆਰੀ ਹਸਪੀਟਲ ਸੀਗੇ ਅੰਮ੍ਰਿਤਸਰ ਮੈਡੀਕਲ ਕੋ, ਮੈਂ ਤਾਂ ਹਜੇ ਇੱਕ ਹਸਪੀਟਲ ਦੀ ਗੱਲ ਕੀਤੀ ਆ, ਤੁਸੀਂ ਜੇ ਜਾਓਗੇ ਨਾ ਡਿਸਪੈਂਸਰੀਜ਼ ਦੇ ਵਿੱਚ ਪਿੰਡੋਂ ਪਿੰਡ ਹੈਗੀਆਂ ਨੇ, ਕਸਬਿਆਂ 'ਚ ਬਣੇ ਹੋਏ ਨੇ ਹਸਪੀਟਲਸ। ਆਪਾਂ ਨੂੰ ਉਹ ਤਾਂ ਸਾਂਭ ਲਓ, ਹਰ ਇੱਕ ਚੀਜ਼ ਨੂੰ ਨਮੂਨਾ ਨਾ ਲਾਓ। ਇਹ ਹਰ ਘੰਟੇ 2.5 ਲੱਖ ਰੁਪਇਆ ਸਿਰਫ ਐਡਵਰਟਾਈਜ਼ਮੈਂਟਸ ਤੇ ਵਰਤ ਰਹੇ ਆ। ਫਿਰ ਇਹ ਉਂਗਲਾਂ ਦੇ ਇਸ਼ਾਰਿਆਂ ਨਾਲ ਲੋਕਾਂ ਨੂੰ ਸਮਝਾ ਰਹੇ ਨੇ ਇਹਨਾਂ ਦੇ ਛੋਟੀ ਉਮਰਾਂ ਦੇ ਮਿਨਿਸਟਰ। ਤੇ ਜੇ ਇਹਨਾਂ ਨੂੰ ਮੈਂ ਸਵਾਲ ਕੀਤਾ ਕਿਸੇ ਮਿਨਿਸਟਰ ਨੂੰ ਤਾਂ ਮੈਨੂੰ ਕਹਿੰਦਾ ਕਿ ਯੂ ਕੈਂਟ ਡਿਕਟੇਟ ਅਸ। ਮੈਂ ਕਿਹਾ ਮੈਂ ਡਿਕਟੇਟ ਨਹੀਂ ਕਰਦਾ, ਅਸੀਂ ਪੁੱਛ ਤਾਂ ਸਕਦੇ ਆ ਨਾ। ਤੇ ਮੇਰੇ ਨਾਲ ਪਬਲਿਕ ਸਪੈਟ 'ਚ ਆ ਗਿਆ। ਮਤਲਬ ਕਿ ਇੱਥੇ ਆਹ ਜਿਹੜੀ ਮੁਹੱਲਾ ਕਲੀਨਿਕ ਆ ਦਿਖਾਵੇ ਛੱਡ ਦੋ। ਜਿਹੜੇ ਝੰਡੇ ਚਲਾਉਂਦੇ ਆ ਨਾ ਤੁਹਾਡੇ ਸੁਪਰੀਮੋ, ਉਹਨਾਂ ਨੂੰ ਕਹੋ ਪਹਿਲੇ ਬਿਲਕਿਸ ਬਾਨੋ ਤੇ ਕੇਸ ਬਾਰੇ ਬੋਲੋ। ਜਿਹੜਾ ਹੋਰ ਇੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨੰਗਾ ਨਾਚ ਹੋਇਆ ਸੀ, ਉਦੋਂ ਵੀ ਅਰਵਿੰਦ ਕੇਜਰੀਵਾਲ ਸਾਇਲੈਂਸ ਸੀ। ਸਾਇਲੈਂਸ ਇਜ਼ ਏ ਲਾਈ। ਇਸੇ ਤਰ੍ਹਾਂ ਜਾਮੀਆ ਮਿਲੀਆ ਯੂਨੀਵਰਸਿਟੀ 'ਚ ਹੋਇਆ, ਇਸੇ ਤਰ੍ਹਾਂ ਸ਼ਾਹੀਨ ਬਾਗ 370 ਖਤਮ ਹੁੰਦੀ ਆ ਉਦੋਂ ਚੁੱਪ ਨੇ ਉਹ। ਹਾਂ, ਜਦੋਂ ਕਸ਼ਮੀਰ 'ਚ ਟੁੱਟੀ ਉਦੋਂ ਚੁੱਪ ਆ। ਆਪਣਾ ਜਦੋਂ ਹੁਣ ਦਿੱਲੀ ਦਾ ਰੁਤਬਾ ਟੁੱਟ ਰਿਹਾ, ਹੁਣ ਇਹਨਾਂ ਨੂੰ ਖਤਰਾ ਮਹਿਸੂਸ ਹੋ ਰਿਹਾ। ਬਿਲਕੁਲ। ਤੇ ਗਿੱਲ ਸਾਹਿਬ, ਪੰਜਾਬ ਦੀ ਜੇ ਗੱਲ ਕਰੀਏ ਤਾਂ ਪਸ਼ੂ ਧਨ ਸਾਡੇ ਵਾਸਤੇ ਅਹਿਮ ਹੁੰਦਾ ਹੈ, ਪਰ ਸਹਾਇਕ ਧੰਦਿਆਂ ਦੇ ਰੂਪ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਮੁੱਖ ਕਾਰੋਬਾਰ ਦੇ ਰੂਪ ਦੇ ਵਿੱਚ ਵੀ ਕਿਸਾਨਾਂ ਨੇ ਡੇਅਰੀ ਫਾਰਮ ਨੂੰ ਅਪਣਾਇਆ ਹੋਇਆ। ਪਰ ਇਹਨਾਂ ਦਿਨਾਂ ਦੇ ਵਿੱਚ ਲੰਪੀ ਸਕਿਨ ਨਾਂ ਦੀ ਬੜੀ ਖਤਰਨਾਕ ਬਿਮਾਰੀ ਹੈ ਜਿਹੜੀ ਉਹਨੇ ਘਰ ਕੀਤਾ ਹੋਇਆ।
ਬਹੁਤ ਸਾਰੇ ਜਿਹੜੇ ਪਸ਼ੂ ਪਾਲਕ ਨੇ, ਖਾਸ ਕਰਕੇ ਜਿਹੜੇ ਗਾਵਾਂ ਰੱਖਦੇ ਨੇ, ਉਹਨਾਂ ਦੇ ਹਾਲ ਬੜੇ ਮਾੜੇ ਨੇ। ਕਿਸੇ ਦੀਆਂ ਇੱਕ, ਕਿਸੇ ਦੀਆਂ ਦੋ। ਬਿਮਾਰ ਤਾਂ ਹੈਗੀਆਂ ਨੇ, ਕਈਆਂ ਦੀਆਂ ਗਾਵਾਂ ਜਿਹੜੀਆਂ ਉਹ ਮਰ ਵੀ ਗਈਆਂ। ਦੇਖੋ, ਸਰਕਾਰ ਦਾ ਅਕਸ਼, ਮੈਂ ਅੱਗੇ ਵੀ ਕਿਹਾ ਸੀ ਵੀ ਇਹ ਮ੍ਰਿਗ ਜਿਹੜੀ ਦ੍ਰਿਕ ਆਪਾਂ ਮ੍ਰਿਗ ਤ੍ਰਿਸ਼ਨਾ ਕੀਤੀ ਸੀ ਜਾਂ ਚੁਣੀ ਸੀ ਕਿ ਮਹਾਰਾਜ ਦੀ ਇੱਕ ਸਰਕਾਰ ਚੁਣੀ ਸੀ। ਉਹਨਾਂ ਦੇ ਐਮਐਲਏ ਦਾ ਮੋਰਲ ਕਰੈਕਟਰ ਨੰਗਾ ਹੋ ਰਿਹਾ, ਉਹਨਾਂ ਦੀ ਮੋਰੈਲਿਟੀ ਤੇ ਕੁਐਸਚਨ ਉੱਠ ਰਿਹਾ, ਜਿਵੇਂ ਕਿ ਇੱਕ ਸਨੌੜ ਐਮਐਲਏ ਦੀ ਗੱਲ ਸਾਹਮਣੇ ਆਈ ਹੈ। ਇੱਥੇ ਸਾਡੇ ਪਸ਼ੂ ਜਿਹੜੇ ਨੇ, ਸਾਡਾ ਜਿਹੜਾ ਸਹਾਇਕ ਧੰਦਾ ਸੀਗਾ ਕਿਸਾਨੀ ਦਾ, ਉਹ ਥਾਂ ਥਾਂ ਤੇ ਉਹਨਾਂ ਦੀਆਂ ਮਰੇ ਹੋਇਆਂ ਦੀਆਂ ਗਾਵਾਂ ਦੀਆਂ ਪਿਕਚਰ ਸਾਰੀਆਂ ਨੇ, ਦਰਿਆਵਾਂ ਵਿੱਚ, ਨਾਲਿਆਂ ਵਿੱਚ, ਨਹਿਰਾਂ ਵਿੱਚ ਉਹਨਾਂ ਨੂੰ ਸੁੱਟਿਆ ਜਾ ਰਿਹਾ। ਜਿੱਥੇ ਸਾਡੀਆਂ ਹੱਡਾ ਰੋੜੀ ਬਣੀਆਂ ਸੀਗੀਆਂ, ਉੱਥੇ ਰਸੂਖਵਾਨਾਂ ਨੇ ਘਰ ਬਣਾ ਲਏ ਹੋਏ ਆ ਧੱਕੇ ਨਾਲ। ਪੰਚਾਇਤ ਦੀਆਂ ਲੈਂਡਸ ਨੇ, ਉਹਨਾਂ ਕੋਲੇ ਆਪਣੇ ਜਿਹੜੀਆਂ ਗਾਵਾਂ ਉਹਨਾਂ ਦੀਆਂ ਵਿਛੜ ਰਹੀਆਂ ਨੇ ਉਹਨਾਂ ਤੋਂ, ਉਹਨਾਂ ਨੂੰ ਦਫਨਾਉਣ ਲਈ ਥਾਂ ਹੈ, ਉਹਨਾਂ ਨੂੰ ਸਾੜਨ ਲਈ ਥਾਂ ਹੈ। ਇੱਥੇ ਜਿਹੜੀ ਲੰਪਿੰਗ ਸਕਿਨ ਡਿਜ਼ੀਜ਼ ਆ, ਲੰਪੀ ਸਕਿਨ ਡਿਜ਼ੀਜ਼, ਉਹ ਫੈਲ ਰਹੀ ਆ। ਉਹ ਇੱਕ ਪਲੇਗ ਦਾ ਕਾਰਨ ਬਣ ਰਹੀ ਹੈ। ਸ਼ਹਿਰਾਂ ਵਿੱਚ ਵੀ ਭਾਵੇਂ ਆ ਕੇ ਦੇਖ ਲਓ। ਮੈਂ ਬੁਢਲਾਡੇ ਗਿਆ ਸੀਗਾ ਪਿਛਲੇ 7 ਦਿਨ ਪਹਿਲਾਂ, ਉੱਥੇ ਸੜਕਾਂ ਤੇ ਬਾਹਰ ਫਿਰਦੀਆਂ ਸੀ ਗਾਵਾਂ, ਜਿਹੜੀਆਂ ਕਿ ਡਿਜ਼ੀਜ਼ ਲੱਗੀ ਹੋਈ ਸੀ, ਬੜੀ ਬੁਰੀ ਹਾਲਤ ਵਿੱਚ ਸੀ। ਦੇਖ ਕੇ ਤੁਹਾਨੂੰ ਰੋਣਾ ਵੀ ਆਉਂਦਾ, ਸਾਨੂੰ ਬੇਬਸੀ ਵੀ ਆਉਂਦੀ ਆ ਕਿ ਅਸੀਂ ਜਿਹੜਾ ਪੰਜਾਬ, ਜਿਹਨੂੰ ਕਹਿੰਦੇ ਸੀ ਵੀ ਸਾਡਾ ਸਮੁੰਦਰ ਵਰਗਾ ਸੀਗਾ ਰੁਤਬਾ, ਨਦੀਆਂ ਆਪ ਮਿਲਣ ਆਉਂਦੀਆਂ ਸੀ, ਅੱਜ ਕੀ ਹੋਇਆ? ਕਮਾਲ ਏ ਤਿਸ਼ਨਗੀ ਕੀ ਇੰਤਾ ਹੁਣ, समुंदर हूँ मगर प्यासा रहा हूँ, दर्द की कोई इंतहा ही नहीं, इस मर्ज की कोई दवा ही नहीं। जो आ रहा संताप सामने, ये लिए कोई वर्ड्स है नहीं। कोई इन्हों को हुण जिन्नी मर्जी मैडिसन ला लैन, ये तो पहले वैक्सीनेशन होंदी तां ये बचिया जा सकता सी। ये भी कोई वड्डी गल नहीं कि एयरबोर्न डिजीज़ आ जां वायरस की आ, वायरस हैगी आ, इहदा इलाज कोई है नहीं गा। एक प्रिकॉशनरी मैयर सीगे ਜਿਹੜੇ ਕਿ ਪਹਿਲੇ ਉਹ ਕਰ ਨਹੀਂ ਸਕੇ, ਕਿਉਂਕਿ ਉਹਨਾਂ ਨੂੰ ਜਿਹੜੀ ਦੱਸਣਾ ਚਾਹੀਦਾ ਸੀ ਕਿਸਾਨਾਂ ਨੂੰ, ਉਹ ਚੀਜ਼ ਦੱਸੀ ਨਹੀਂ ਗਈ। ਇਹ ਬਿਮਾਰੀ ਬਾਰੇ ਅੱਜ ਤੋਂ ਕਈ ਮਹੀਨੇ ਪਹਿਲੇ ਇੱਕ ਵੈਟਰਨਰੀ ਦੇ ਡਾਕਟਰ ਬਲਬੀਰ ਬੱਗਾ, ਮੇਰੇ ਖਿਆਲ ਉਹਨੇ ਪੇਪਰ ਲਿਖਿਆ ਸੀ, ਸਰਚ ਪੇਪਰ, ਕਿ ਬਿਮਾਰੀ ਬੰਗਲਾਦੇਸ਼ ਵਿੱਚ ਆ ਚੁੱਕੀ ਆ, ਇਹ ਆਪਣੇ ਤੱਕ ਵੀ ਪਹੁੰਚ ਸਕਦੀ ਆ, ਇਹਦੇ ਤੇ ਕੋਈ ਗੌਰ ਕਰਨੀ ਚਾਹੀਦੀ। ਪਰ ਇਸ ਸਰਕਾਰ ਨੇ ਆਪਣਾ ਮੁਹੱਲਾ ਕਲੀਨਿਕਾਂ ਦੇ ਪ੍ਰਚਾਰ ਵਿੱਚ, ਹੋਰ ਕੰਮਾਂ ਦੇ ਪ੍ਰਚਾਰ ਵਿੱਚ ਇੰਨਾ ਕੁਛ ਕਰਤਾ। ਅਸੀਂ ਮਾਈਨਿੰਗ ਪਾਲਿਸੀ ਲੈ ਆਏ, ਜਦ ਕਿ ਇਹ ਹਾਈ ਕੋਰਟ 'ਚ ਕੇਸ ਚੱਲ ਰਿਹਾ ਕਿ ਇੰਨੀ ਜ਼ਿਆਦਾ ਮਾਈਨਿੰਗ ਹੋ ਗਈ, ਇੰਨੀ ਬੇਕਿਰਕੀ ਹੋ ਗਈ, ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਪੰਜਾਬ 'ਚ, ਜਿਨ੍ਹਾਂ ਨੇ ਸਾਡਾ ਸਮੁੰਦਰ ਹੋਣ ਦੇ ਬਾਵਜੂਦ ਸਾਨੂੰ ਪਿਆਸਾ ਰੱਖਿਆ। ਸਾਡੇ ਜਿਹੜੇ ਰੇਲਵੇ ਬ੍ਰਿਜਸ ਨੇ ਉਹ ਅੰਡਰ ਥ੍ਰੈਟ ਨੇ ਕਿ ਉਹ ਕਿਸੇ ਵੇਲੇ ਵੀ ਡਿੱਗ ਸਕਦੇ। ਜਿਹੜੇ ਬੰਦੇ ਨੇਚਰ ਨਾਲ ਖੇਡ ਰਹੇ ਨੇ, ਤੇ ਇੱਧਰੋਂ ਕਿਸਾਨੀ ਦੀ ਆਹ ਬੁਰੀ ਹਾਲਤ ਹੋ ਰਹੀ ਕਿ ਜਿਹੜਾ ਸਹਾਇਕ ਧੰਦਾ ਸੀ ਉਹਨਾਂ ਦਾ, ਉਹ ਵੀ ਕਿੰਨਾ ਕੋਲੇ ਆ? ਜਿਹੜੇ ਛੋਟੇ ਕਿਸਾਨ, ਉਹਨਾਂ ਨੇ ਹੀ ਡੇਅਰੀ ਫਾਰਮਿੰਗ ਦਾ ਕਿੱਤਾ ਅਪਣਾਇਆ ਸੀ ਤਾਂ ਕਿ ਉਹ ਆਪਣੇ ਆਪ ਨੂੰ ਸਸਟੇਨ ਕਰ ਸਕਣ। ਅੱਜ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਸਾਡੇ ਕੋਲ ਕੋਈ ਹੱਡਾ ਰੋੜੀ ਹੈ ਨਹੀਂ ਜਿੱਥੇ ਅਸੀਂ ਜਾ ਕੇ ਆਪਣੇ ਪਸ਼ੂ ਜਿਹੜੇ ਆ ਉੱਥੇ ਦਫਨਾ ਸਕੀਏ, ਉਹਨਾਂ ਨੂੰ ਸਾੜ ਸਕੀਏ। ਕੋਈ ਇੱਥੇ ਇਹਨਾਂ ਦੇ ਜਿਹੜੇ ਕੋਵਿਜੀਲੈਂਟੇ ਗਰੁੱਪਸ ਬਣੇ ਹੋਏ ਆ, ਇਹਦੇ ਕਰਕੇ ਜਿਹੜੇ ਪਹਿਲੇ ਇਸ ਧੰਦੇ ਨਾਲ ਜੁੜੇ ਸੀ, ਜਿਹੜੇ ਪਸ਼ੂਆਂ ਦੀ ਮਰਨ ਤੋਂ ਬਾਅਦ ਟੇਕ ਕੇਅਰ ਕਰਦੇ ਸੀ ਜਾਂ ਉਹਨਾਂ ਦੀ ਸਕੀਨਿੰਗ ਕਰਦੇ ਸੀ, ਉਹ ਡਰਦੇ ਹੱਥ ਨਹੀਂ ਪਾਉਂਦੇ, ਕਿਉਂਕਿ ਉਹ ਕਹਿੰਦੇ ਵੀ ਅਸੀਂ ਅੱਗੇ ਸਮਾਨ ਕਰਕੇ ਕਾਨਪੁਰ ਭੇਜ ਦਿੰਦੇ ਸੀ, ਜਿੱਥੋਂ ਚਮੜਾ ਬਣਦਾ ਸੀ, ਹੋਰ ਉਤਪਾਦ ਬਣਦੇ ਸੀ ਉਹਨਾਂ ਦੇ ਜੋ ਐਨੀਮਲਸ ਦਾ ਹੁੰਦਾ। ਪਰ ਕਹਿੰਦਾ ਅਸੀਂ ਡਰਦੇ ਜਾਂਦੇ ਨਹੀਂ, ਸਾਨੂੰ ਲਿੰਚ ਕੀਤਾ ਜਾਂਦਾ। ਫਿਰ ਜਿਹੜੇ ਲਿੰਚ ਕਰਦੇ ਨੇ ਉਹਨਾਂ ਦੀਆਂ ਛੇਤੀ ਬੇਲਸ ਹੋ ਜਾਂਦੀਆਂ ਨੇ, ਉਹਨਾਂ ਨੂੰ ਪਬਲਿਕ ਤੌਰ 'ਤੇ ਸਨਮਾਨਿਤ ਕੀਤਾ ਜਾਂਦਾ। ਤਾਂ ਹੀ ਮੈਂ ਕਿਹਾ ਨਾ ਕਿ ਜਿਹੜਾ ਲਾਇਨ ਲੱਗਿਆ ਹੋਇਆ ਐਂਬਲਮ 'ਚ, ਉਹ ਓਵਰ ਦਾ ਈਅਰਸ ਉਹ ਮੋਟਾ ਹੋ ਗਿਆ, ਫੈਟੀਅਰ ਹੋ ਗਿਆ ਐਂਡ ਜ਼ਿਆਦਾ ਫਰੋਸ਼ੀਅਸ ਹੋ ਗਿਆ। ਇਹ ਜਿਹੜੀ ਚਮਕ ਦਿਖਾਈ ਜਾ ਰਹੀ ਆ, ਇਹਦਾ ਪ੍ਰਗਟਾਵਾ ਵਰਲਡ ਹੈਪੀਨੈਸ ਇੰਡੈਕਸ ਮਾਰਚ 'ਚ ਹੀ ਸਾਹਮਣੇ ਆਇਆ ਕਿ ਇੰਡੀਆ ਇਜ਼ ਸਲਿਪਿੰਗ ਆਊਟ ਆਫ 146 ਕੰਟਰੀਜ਼, 136ਵਾਂ ਰੈਂਕ ਹੈ ਇੰਡੀਆ ਦਾ। ਅੱਜ ਵੀ ਸਕੈਂਡੀਨੇਵੀਅਨ ਕੰਟਰੀਜ਼ ਨੰਬਰ 1 ਨੇ, ਸਾਰਾ ਯੂਰਪ ਉੱਪਰਲੇ ਦਰਜਿਆਂ 'ਚ, ਅਮਰੀਕਾ 16ਵੀਂ ਪੋਜੀਸ਼ਨ 'ਤੇ ਆ, ਕੈਨੇਡਾ ਵੀ ਸਲਿਪ ਕੀਤਾ 5 ਪੋਜੀਸ਼ਨ ਪਿੱਛੇ। ਪਰ ਆਪਾਂ ਤਾਂ ਆਪਣੇ ਨਾਲ ਦੇ ਨੇਬਰਸ ਤੋਂ ਵੀ ਪਿੱਛੇ। ਜਿੱਥੇ ਆਪੇ ਕਹਿੰਦੇ ਵੀ ਕੱਟੜਵਾਦ ਦਾ ਪਰਛਾਵਾਂ, ਤੇ ਆਪਣੇ ਜੇ ਬਿਲਕਸ ਬਾਨੋ ਕੇਸ ਵਾਲੇ ਬੰਦਿਆਂ ਨੂੰ ਇਸ ਤਰ੍ਹਾਂ ਪਰਮਿਸ਼ਨਸ ਦਿੱਤੀਆਂ ਜਾ ਸਕਦੀਆਂ ਨੇ, ਤਾਂ ਫਿਰ ਮੇਰਾ ਖਿਆਲ ਜਿਹੜਾ
ਆਪਣੀ ਸਿੱਖ ਕੌਮ ਦੀ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਕਿ ਓਵਰ ਦਾ ਈਅਰਸ ਜਿਹੜੀ ਤੁਸੀਂ ਗਿਰਾਵਟ ਲੈ ਕੇ ਆਂਦੀ ਹੈ ਸਿੱਖ ਕੌਮ, ਜਿਹਦੇ ਕਰਕੇ ਅੱਜ ਤੱਕ ਅਸੀਂ ਤੁਹਾਡਾ ਇਹਨਾਂ ਦਾ ਰੂਲਿੰਗ ਪਾਰਟੀ ਦਾ ਆਪ ਦਾ MLA ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ 'ਚ ਬੋਲ ਰਿਹਾ ਕਿ ਸਾਡੀ ਜਿਹੜੀ ਸਿੱਖ ਕੌਮ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਹਦੇ ਪ੍ਰਤੀ ਜੋ ਇਨਸਾਫ ਮਿਲਣਾ ਚਾਹੀਦਾ ਸੀ ਉਹ ਮਿਲ ਨਹੀਂ ਰਿਹਾ। ਉਹਦੀਆਂ ਪਬਲਿਕ ਅਟਰੈਂਸਿਸ ਨੇ ਕਿਉਂਕਿ ਉਹ SI ਟੀਮ ਦਾ ਹੈਡ ਰਿਹਾ। ਸਹੀ, ਉਹ ਤਾਂ ਬਾਰ-ਬਾਰ ਬੋਲਦਾ ਹੀ ਸਾਡੇ ਨਾਲ ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਉਹਨੇ ਕੈਨੇਡਾ ਤੋਂ ਇਹੀ ਗੱਲ ਆਖੀ ਸੀ। ਤੇ ਦੂਜੇ ਪਾਸੇ ਗਿੱਲ ਸਾਹਿਬ ਥੋੜੀ ਜਿਹੀ ਗੱਲ ਅਕਾਲੀ ਦਲ ਦੀ ਕਰ ਲਈਏ। ਜਦੋਂ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੋਂ ਬਾਅਦ ਰਿਹਾਈ ਹੁੰਦੀ ਹੈ, ਹੁਣ ਉਦੋਂ ਲੱਗਦਾ ਸੀ ਕਿ ਅਕਾਲੀ ਦਲ ਵਾਹਵਾ ਡੁੱਬਿਆ ਜਾ ਪਿਆ। ਉਹ ਥੋੜੀ ਜਿਹੀ ਸਰਗਰਮੀ ਉਹਨਾਂ ਦੀ ਵਧੀ ਹੈ। ਕੁਝ ਆਗੂਆਂ ਦੇ ਖਿਲਾਫ ਲੱਗਦਾ ਸੀ ਕਿ ਐਕਸ਼ਨ ਲਏ ਜਾਣਗੇ, ਜਿਵੇਂ ਆਪਾਂ ਪਿਛਲੇ ਹਫ਼ਤੇ ਜਗਮੀਤ ਬਰਾੜ ਹੋਰਾਂ ਦੀ ਗੱਲ ਕੀਤੀ ਸੀ ਮਨਪ੍ਰੀਤ ਅਕਾਲੀ ਦੇ ਬਾਰੇ। ਹੁਣ ਕੀ ਸਥਿਤੀ ਹੈ? ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ ਦਾ ਇਹ ਲੀਡਰ ਬਾਹਰ ਆਇਆ ਸਰ ਵਿਕਰਮ ਸਿੰਘ ਮਜੀਠੀਆ, ਉਹਦੇ ਨਾਲ ਇਹਨਾਂ ਨੇ ਉਤਸ਼ਾਹ ਦਿਖਾਇਆ ਵੀ ਸ਼ਾਇਦ ਇਹਨਾਂ ਦੇ ਆਲੇ ਦੁਆਲੇ ਅਸੀਂ ਦੁਬਾਰਾ ਉੱਪਰ ਜਾਵਾਂਗੇ। ਇਹ ਧਰਾਤਲ ਨੂੰ ਭੁੱਲ ਚੁੱਕੇ ਆ, ਇਹ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਆ। ਤਾਂ ਹੀ ਮੈਂ ਕਹਿੰਦਾ ਕਿ ਜਿੱਥੇ ਪਹਿਲੇ ਮੱਥੇ ਟੇਕਣ ਜਾਂਦੇ ਆ ਨਾ, ਪਹਿਲੇ 13 ਅਪ੍ਰੈਲ 1919 ਦੀ ਰਾਤ ਦੀ ਸ਼ਾਮ ਦਾ ਡਿਨਰ ਬਾਰੇ ਵੀ ਜਿਹੜਾ ਸਾਨੂੰ ਵਿਆਖਿਆ ਕਰ। ਹੁਣ ਨਹੀਂ ਸਿੱਖ ਕੌਮ ਨੇ ਇਹਨਾਂ ਦੀ ਸੁਣਨੀ ਗੱਲ, ਕੋਈ ਚਿਹਰਾ ਲਿਆਉਣ ਇਹ ਜਦ ਤੱਕ ਅਕਾਲੀ ਦਲ ਦੀਆਂ ਸਫਾਂ ਚੋਂ ਬਾਹਰ ਨਿਕਲਦੇ। ਤਮਾਮ ਕੌਮ ਨਾਲ ਗੱਲ ਕਰਨੀ ਪਊਗੀ, ਇਹਨਾਂ ਨੂੰ ਇੰਟਲੈਕਚੁਅਲ ਵਰਗ ਜੋੜਨਾ ਪਊ, ਇਹਨਾਂ ਨੂੰ ਉਹਨਾਂ ਲੋਕਾਂ ਨੂੰ ਜੋੜਨਾ ਪਊਗਾ ਘਰ ਘਰ ਜਾ ਕੇ ਜਿਨ੍ਹਾਂ ਦੇ ਮਗਰ ਕੋਈ ਇਤਿਹਾਸ ਆ। ਇਤਿਹਾਸ ਤੋਂ ਪੂਰੇ ਬੰਦੇ ਨੂੰ ਹੁਣ ਸਿੱਖ ਕੌਮ ਪ੍ਰਵਾਨ ਨਹੀਂ ਕਰੂਗੀ। ਹਾਂ, ਮੈਂ ਗੁੱਡ ਵਿਸ਼ੇਸ ਦਿੰਦਾ ਕਿ ਜੇ ਉਹ ਹਜੇ ਵੀ ਇਹਨਾਂ ਮਗਰ ਲੱਗਦੇ ਨੇ, ਇਹਨਾਂ ਨੂੰ ਕਿਵੇਂ ਹਾਰ ਪਾਉਂਦੇ ਫਿਰਦੇ ਨੇ ਜਿਵੇਂ ਜੰਗ ਜਿੱਤ ਕੇ ਆਏ ਹੁੰਦੇ ਆ। ਅੱਜ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਰਹੇ ਆ। ਇਹ ਇਹਨਾਂ ਬੰਦੀ ਸਿੰਘਾਂ ਬਾਰੇ ਹੀ ਸੁਪਰੀਮ ਕੋਰਟ 'ਚ ਜਾ ਕੇ ਅਰਜ਼ੀਆਂ ਦਿੰਦੇ ਰਹੇ ਆ ਕਿ ਇਹ ਖੁੰਖਾਰ ਅੱਤਵਾਦੀ ਆ। ਇਹਨਾਂ ਨੂੰ ਜਦੋਂ 1997 ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਸੀ ਤਾਂ ਪ੍ਰੈਸ ਵਾਲਿਆਂ ਨੇ ਕੁਐਸਚਨ ਪੁੱਛਿਆ ਸੀ ਵੀ ਜਿਹੜੀ ਤੁਸੀਂ ਟਰੁੱਥ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਸੀ ਉਹਦੇ ਬਾਰੇ ਤੁਹਾਡਾ ਕੀ ਖਿਆਲ ਆ, ਵੀ ਤੁਸੀਂ ਕਰੋਗੇ? ਕਹਿੰਦਾ ਕਾਕਾ ਹੁਣ ਇਹ ਗੱਲ ਬਾਰੇ ਨਾ ਬੋਲੋ, ਅਸੀਂ ਕੋਈ ਪੁਰਾਣੇ ਜ਼ਖਮ ਨਹੀਂ ਅਧੇੜਨੇ, ਇਹ ਤਾਂ ਨਵੇਂ ਜ਼ਖਮ ਸਾਨੂੰ ਹੋਰ ਪਾ ਕੇ ਛੱਡ ਕੇ ਸਾਡਾ ਗੁਰੂ ਤੱਕ ਗਲੀਆਂ 'ਚ ਰੁਲ ਗਿਆ। ਇਹ ਅਕਾਲੀ ਦਲ ਕਿਸ ਤਰ੍ਹਾਂ ਦਾ ਸਿਰਜਣਾ ਚਾਹੁੰਦੇ ਨੇ? ਇਹਨਾਂ ਦਾ SGPC ਦਾ ਪ੍ਰੈਜ਼ੀਡੈਂਟ ਜਿਹੜਾ ਕਿ ਇਹਨਾਂ ਦੀ ਜੇਬਾਂ 'ਚੋਂ ਨਿਕਲਦੇ ਨੇ ਲਿਫਾਫੇ, ਉਹਨੂੰ DC ਅੰਮ੍ਰਿਤਸਰ ਦਾ ਮਿਲਣ ਨੂੰ ਤਿਆਰ ਨਹੀਂ ਕਿ ਮੈਂ ਮੈਮੋਰੈਂਡਮ ਲੈ ਕੇ ਗੱਲ ਹੀ ਸੁਣ ਲਾਂ। ਜੇ ਇਹ ਅਰਵਿੰਦ ਕੇਜਰੀਵਾਲ ਦੇ ਦਰ ਤੇ ਦਿੱਲੀ ਜਾਂਦਾ SGPC ਪ੍ਰੈਜ਼ੀਡੈਂਟ, ਤਾਂ ਅਰਵਿੰਦ ਕੇਜਰੀਵਾਲ ਨਹੀਂ ਇਹਨਾਂ ਨੂੰ ਮਿਲਦਾ। ਇਹਨਾਂ ਨੇ ਕੀ ਇੱਥੇ ਕਿਹਾ? ਆਪ ਦੀ ਲੀਡਰਸ਼ਿਪ ਨੂੰ ਕੀ ਅੱਗੇ ਹੋਏ ਉਹਨਾਂ ਦੇ ਸਾਹਮਣੇ ਖੜੇ, ਕਿਉਂਕਿ ਖੜਨ ਜੋਗੇ ਇਹਨਾਂ ਦੇ ਪੈਰ ਹੀ ਨਹੀਂ ਰਹੇ। ਇਹ ਮੱਥੇ ਕਿਤੇ ਟੇਕਦੇ ਆ, ਡਿਨਰ ਕਿਤੇ ਕਰਦੇ ਆ, ਵੇਅਰ ਇਹ ਕਿੱਥੇ ਲੈ ਕੇ ਜਾ ਰਹੇ ਸਾਡਾ ਸੰਦਰਭ। ਸਹੀ ਗਿੱਲ ਸਾਹਿਬ, ਇੱਕ ਸਵਾਲ ਜਿਹੜਾ ਨਾਲ ਨਾਲ ਹੋਰ ਚੱਲ ਪਿਆ, ਪਰਸੋਂ ਦੀ ਇੱਕ ਘਟਨਾ ਕਿ ਇੱਕ ਬਜ਼ੁਰਗ ਉੱਥੇ ਗੁਰੂ ਘਰ ਦੇ ਵਿੱਚ ਗਿਆ ਸੀ, ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਉਸ ਦੇ ਨਾਲ ਟਾਸਕ ਫੋਰਸ ਵਾਲਿਆਂ ਨੇ ਜ਼ਿਆਦਤੀ ਕੀਤੀ। OSD ਸੁਖਬੀਰ ਸਿੰਘ ਬਾਦਲ, ਚਰਨਜੀਤ ਬਰਾੜ ਹੋਰੇ ਕਹਿੰਦੇ ਜੀ ਉਹਨੂੰ ਅਸੀਂ ਮੁਅੱਤਲ ਕਰਤਾ ਜਾਂ ਕੁਝ ਹੋਰ ਹੈ, ਉਹ ਉਹਨਾਂ ਦੀ ਮੈਂ ਪੋਸਟ ਦੇਖੀ। ਦੂਜੇ ਪਾਸੇ ਇੱਕ ਹੋਰ ਬੰਦਾ ਜਿਹੜਾ ਕਰਮਜੀਤ ਗਿੱਲ ਉਹਦਾ ਨਾਂ ਹੈ, ਜਗਦੀਸ਼ ਟਾਈਟਲਰ ਵਾਲੀ ਟੀ-ਸ਼ਰਟ ਪਾ ਕੇ ਉੱਥੇ ਫੋਟੋ ਖਿਚਾ ਕੇ ਬਾਹਰ ਆ ਜਾਂਦਾ ਹੈ ਔਰ ਰੌਲਾ ਰੱਪਾ ਉਸ ਗੱਲ ਦੇ ਉੱਤੇ ਪੈ ਜਾਂਦਾ। ਹੁਣ ਲੋਕ ਹੈ ਜਿਹੜੇ ਉਹ ਸਵਾਲ ਚੱਕਦਾ ਕਿ ਟਾਸਕ ਫੋਰਸ ਫਿਰ ਆਪਣੇ ਉਹਨਾਂ ਲੋਕਾਂ ਜਾਂ ਸ਼ਰਧਾਲੂਆਂ ਨੂੰ ਤੰਗ ਕਰਨ ਵਾਸਤੇ ਰੱਖੀ ਹੋਈ ਹੈ, ਜਿੱਥੇ ਕੰਮ ਕਰਨ ਦੀ ਲੋੜ ਸੀ ਉੱਥੇ ਉਹ ਟੀ-ਸ਼ਰਟ ਪਾ ਕੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਹਰਟ ਕਰਨ ਦਾ ਯਤਨ ਕਰਦਾ, ਉਹਨੂੰ ਕਿਉਂ ਨਹੀਂ ਰੁਕਿਆ ਗਿਆ? ਇੱਥੇ ਆਣਾ ਨਾ ਇਦਾਂ ਦਾ ਸੰਦਰਭ ਬਣਤਾ ਸੁਖਨੈਬ ਕਿ ਸੱਜਾ ਹੱਥ ਵਿਖਾ ਕੋ ਸਾਨੂੰ ਮਾਰੀ ਸੂ ਖਬਰ। ਇਹਨਾਂ ਨੇ ਇਦਾਂ ਦਾ ਸਾਡੇ ਅੱਗੇ ਵਰਤਾਂਤ ਸਿਰਜਦਾ ਵੀ ਸੱਜਾ ਹੱਥ ਦਿਖਾਉਂਦੇ ਸੀ, ਮਾਰਦੇ ਸੀ ਸਾਡੇ ਖੱਬੇ ਹੱਥ ਨਾਲ ਖੱਬਲਾ। ਉਹ ਚੀਜ਼ ਦਾ ਵਰਤਾਰਾ ਦੇਖੋ। ਟੀ-ਸ਼ਰਟ ਟੂ-ਸ਼ਰਟ ਵਾਲੇ ਤਾਂ ਇਰੈਲੇਵੈਂਟ ਇਸ਼ੂ ਨੇ ਮੇਰੇ ਵੱਲੋਂ, ਚਾਹੇ ਜਿਹਦੀ ਮਰਜ਼ੀ ਲਾ ਕੇ ਫਿਰੇ, ਉਹਦੇ ਨਾਲ ਕੀ ਹੋਣਾ? ਆਪਾਂ ਨੂੰ ਉਹਦੇ ਤੇ ਕੁਐਸਚਨ ਕਰਨਾ ਵੀ ਕਿਉਂ ਚਾਹੀਦਾ? ਉਹਨੂੰ ਹਾਈਲਾਈਟ ਹੋਣ ਵੀ ਕਿਉਂ ਦੇਣਾ ਚਾਹੀਦਾ? ਜਿੱਥੇ ਤਾਂ ਪਰਚੇ ਇਹਨਾਂ ਨੇ ਕਰਾਉਣੇ ਸੀ SGPC ਨੇ, ਉੱਥੇ ਤਾਂ ਇਹ ਲੱਭੇ ਨਹੀਂ ਬਾਈਬਲ ਕਲਾਂ ਜਾਂ ਬਗਰਾੜੀ। ਹੋਰ ਕਿੰਨੇ ਇਸ਼ੂ ਖੜੇ ਹੋਏ ਸਿੱਖ ਕੌਮ ਤੇ, ਕੀ ਉੱਥੇ ਇਹ ਗਏ? ਕਦੀ ਇਹ ਆਸਰੋਂ ਗਏ ਜਿੱਥੇ ਐਡੀਆਂ ਐਡੀਆਂ ਨਿਸ਼ਾਨੀਆਂ ਪਈਆਂ ਨੇ ਸਾਡੀਆਂ? ਮਤਲਬ ਕਿ ਇਹਨਾਂ ਨੇ ਜਿਹੜਾ ਪਰਸਪੈਕਟਿਵ ਬੁਣਿਆ ਹੈਗਾ, ਜਿਹੜਾ ਨੈਰੇਟਿਵ ਬੁਣਿਆ, ਉਹ ਸਿਰਫ ਠੀਕ ਹੈ। ਮੈਂ ਰੋਜ਼ ਹੀ ਵਰਤਾਰਾ TV ਤੇ ਸਵੇਰੇ ਦੇਖਦਾ ਜਦੋਂ ਮੈਂ ਦਰਬਾਰ ਸਾਹਿਬ ਲਾਉਣਾ, ਕਿ ਜਿਹੜੇ ਉਹ ਬੋਡੀ ਲੈਂਗੁਏਜ ਹੀ ਜਿਹੜੇ ਟਾਸਕ ਫੋਰਸ ਵਾਲੇ ਆ, ਉਹਨਾਂ ਦੀ ਬੋਡੀ ਲੈਂਗੁਏਜ ਤੋਂ ਹੀ ਬਹੁਤ ਰੂਡਨੈਸ ਲੱਗਦੀ ਆ। ਜਿਸ ਤਰ੍ਹਾਂ ਇਹਨਾਂ ਨੇ ਰੁਤਬੇ ਦਿੱਤੇ ਹੋਏ ਆ ਕਿ ਪੱਕੀਆਂ ਸੀਟਾਂ ਰਿਜ਼ਰਵ ਕੀਤੀਆਂ ਹੋਈਆਂ ਦਰਬਾਰ ਸਾਹਿਬ,
ਯਾਰ ਕੀਰਤਨ ਵੇਲੇ ਸੀਟਾਂ ਰਿਜ਼ਰਵ ਕੀਤੀਆਂ ਹੋਈਆਂ ਨੇ। ਜੇ ਉਹ ਐਸਜੀਪੀ 'ਚ ਰੁਤਬਾ ਰੱਖਦੇ ਆ ਤਾਂ ਜਾ ਕੇ ਆਮ ਸੰਗਤ 'ਚ ਬੈਠੋ। ਜਿਹੜੇ ਵਿਚਾਰੇ ਮੱਥਾ ਟੇਕਣ ਜਾਂਦੇ ਉਹਨਾਂ ਨੂੰ ਬੈਠਣ ਦਿਓਗੇ। ਸਹੀ, ਉਹਨਾਂ ਨੇ ਤਾਂ ਵਿਚਾਰਿਆਂ ਨੇ ਕਦੀ ਜਾਣਾ ਹੁੰਦਾ। ਤੁਸੀਂ ਉੱਥੇ ਹੀ ਰਹਿੰਦੇ ਆ, ਤੁਸੀਂ ਉੱਥੇ ਹੀ ਆਪਣੀਆਂ ਸੀਟਾਂ ਹੀ ਮੁਕਰਰ ਕਰ ਰਹੀਆਂ ਹੋਈਆਂ, ਉਹ ਵੀ ਦਰਬਾਰ ਸਾਹਿਬ ਵਿੱਚ। ਇਹ ਇਦਾਂ ਦਾ ਪਰਸਪੈਕਟਿਵ ਹੁੰਦੇ, ਤਾਂ ਹੀ ਫਿਰ ਬਜ਼ੁਰਗਾਂ ਨੂੰ ਇਹਨਾਂ ਨੇ ਕੁੱਟਣਾ ਹੀ ਹੈ। ਆਮ ਸੰਗਤ ਨੂੰ ਤਾਂ ਫਿਰ ਇਹ ਕੀ ਜਾਣਦੇ ਨੇ, ਜਦ ਨਾ ਤਾਂ ਰੁਤਬੇ ਉੱਤੋਂ ਹੀ ਲਿਖਾ ਕੇ ਆਏ ਹੈ। ਬਿਲਕੁਲ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਅੱਜ Thank ਸ਼ਾਮਲ you. ਹੋਣ ਦੇ ਵਾਸਤੇ ਬਹੁਤ ਧੰਨਵਾਦ। ਰਣਜੀਤ ਸਿੰਘ ਕੁੱਕੀ ਗਿੱਲ ਤੇ ਮੈਂ ਤੁਹਾਡੇ ਨਾਲ ਸੁਖਨੈਬ ਸਿੰਘ ਸਿੱਧੂ, ਅਸੀਂ ਤੁਹਾਡੀਆਂ ਸੋਚਾਂ 'ਚ ਹਮੇਸ਼ਾ ਸ਼ਾਮਲ ਰਹਿਣ ਦਾ ਯਤਨ ਕਰਦੇ ਹਾਂ, ਉਹ ਮੁੱਦਿਆਂ ਦੇ ਨਾਲ ਜਿਹੜੇ ਬੜੇ ਅਹਿਮ ਨੇ। ਔਰ ਅੱਜ ਅਸੀਂ ਜਿਹੜੀ ਗੱਲਬਾਤ ਕੀਤੀ ਹੈ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਿਓ। ਪਰ ਦੂਸਰੀ ਗੱਲ ਹੈ ਕਿ ਸਮੇਂ-ਸਮੇਂ ਦੇ ਉੱਤੇ ਮੇਰਾ ਫ਼ੋਨ ਨੰਬਰ ਲੈਣ ਦੇ ਵਾਸਤੇ ਜਿਹੜੇ ਸੱਜਣ ਫ਼ੋਨ ਕਰਦੇ ਹੁੰਦੇ ਆ ਨਾ, ਸਕਰੀਨ ਤੇ ਮੇਰਾ ਨੰਬਰ ਚੱਲਦਾ ਰਹਿੰਦਾ ਹੁੰਦਾ ਹੈ। ਇਸ ਕਰਕੇ ਤੁਸੀਂ ਇਸ ਨੰਬਰ ਦੇ ਉੱਤੇ WhatsApp ਮੈਸੇਜ ਵਗੈਰਾ ਕਰ ਸਕਦੇ ਹੋ। ਹਰ ਕਾਲ ਚੱਕਣੀ ਤਾਂ ਪੋਸੀਬਲ ਨਹੀਂ ਹੁੰਦੀ, ਕਿਉਂਕਿ ਅਸੀਂ ਹੋਰ ਪਾਸੇ ਵੀ ਕੰਮ-ਕਾਰ 'ਚ ਉਲਝੇ ਹੁੰਦੇ ਹਾਂ। ਰਹੀ ਗੱਲ ਅਗਲੀ ਕਿ ਤੁਸੀਂ ਚੰਨ ਪ੍ਰਦੇਸੀ ਰੇਡੀਓ ਨੂੰ ਦੇ ਉੱਪਰ ਵੀ ਸਾਨੂੰ ਸੁਣ ਸਕਦੇ ਹੋ, ਸਿੱਧੂ ਲਾਈਵ ਸ਼ੋਅ ਦੇ ਜ਼ਰੀਏ ਮੈਂ ਉੱਥੇ ਜੁੜਦਾ। ਔਰ ਦੂਸਰਾ ਕਿ ਜੇ ਤੁਸੀਂ ਸਹਿਯੋਗ ਕਰਨਾ ਹੋ ਕਿਸੇ ਵੀ ਤਰੀਕੇ ਦਾ, ਤਾਂ ਤੁਹਾਡੇ ਵਾਸਤੇ ਇਹ ਸਾਰੇ ਲਿੰਕ ਖੁੱਲੇ ਨੇ। ਇੱਥੇ ਇੱਕ ਸਟਾਰ ਭੇਜਣ ਦਾ ਵੀ ਆਪਸ਼ਨ ਹੈਗਾ, ਇੱਥੇ ਸਪਾਂਸਰਸ਼ਿਪ ਦਾ ਵੀ ਆਪਸ਼ਨ ਹੈਗਾ, ਇੱਥੇ ਸਬਸਕ੍ਰਾਈਬ ਕਰਨ ਦਾ ਆਪਸ਼ਨ ਵੀ ਹੈ। ਤੁਸੀਂ ਫੋਲੋ ਵੀ ਕਰ ਸਕਦੇ ਹੋ ਫ੍ਰੀ ਦੇ ਵਿੱਚ, ਔਰ ਇਹਨੂੰ ਸ਼ੇਅਰ ਕਰ ਸਕਦੇ ਹੋ, ਉਹਦੇ ਤੇ ਕੋਈ ਪੈਸੇ ਨਹੀਂ ਲੱਗਦੇ। ਜੇ ਸ਼ੇਅਰ ਕਰੋਗੇ ਗਾਂ ਦੀ ਗਾਂ ਗੱਲ ਜਾਊਗੀ, ਸਾਡਾ ਸਹਿਯੋਗ ਇਸ ਤਰੀਕੇ ਨਾਲ ਵੀ ਹੋਊਗਾ। ਅਸੀਂ ਇਸ ਕਰਕੇ ਨਹੀਂ ਤੁਹਾਨੂੰ ਇਹ ਸਹਿਯੋਗ ਦੀ ਆਸ ਕਰਦੇ ਕਿ ਭਾਈ ਤੋਰੀ ਫੁਲਕਾ ਨਹੀਂ ਚੱਲਦਾ, ਉਹ ਸੁੱਖ ਨਾਲ ਵਧੀਆ ਚੱਲਦਾ ਹੈ। ਪਰ ਜਿਹੜੀ ਗੱਲ ਹੈ ਉਹ ਇਹ ਕਿ ਜੇ ਗੱਲ ਚੰਗੀ ਹੈ, ਪੰਜਾਬ ਪੱਖੀ ਹੈ, ਤਾਂ ਇਹਨੂੰ ਅੱਗੇ ਦੀ ਅੱਗੇ ਭੇਜਣ ਦੇ ਵਾਸਤੇ ਰਲ ਮਿਲ ਕੇ ਸਹਿਯੋਗ ਸਾਨੂੰ ਕਰਨਾ ਚਾਹੀਦਾ। ਤੇ ਸੱਜਣੋ, ਫੇਰ ਮਿਲਦੇ ਹਾਂ ਅਗਲੇ ਹਫ਼ਤੇ, ਪਰ ਉਦੋਂ ਪਹਿਲਾਂ ਕੁਝ ਇੰਟਰਵਿਊ ਜ਼ਰੂਰ ਤੁਸੀਂ ਸਾਡੇ PNO ਮੀਡੀਆ ਗਰੁੱਪ ਦੇ ਉੱਤੇ ਦੇਖਿਓ ਤੇ ਆਪਣਾ ਕੀਮਤੀ ਸੁਝਾਅ ਤੇ ਸਮਾਂ ਜ਼ਰੂਰ ਦਿਓ ਸਾਨੂੰ।